ਕਈ ਬੱਚੇ ਹੁੰਦੇ ਕਿ ਜਿਨ੍ਹਾਂ ਦਾ ਜੀ ਅਸੀਂ ਸਟੱਡੀ ਵੀਜ਼ਾ ਲਗਾਇਆ ਹੋਇਆ ਹੈ ਕਿ ਸਾਡੇ ਕੋਲ ਟਾਈਮ ਲਿਮਿਟ ਬਹੁਤ ਘੱਟ ਆ। ਸੀਗਾ ਜੀ, ਟਾਈਮ ਲਿਮਿਟ ਘੱਟ ਹੋਣ ਕਰਕੇ 2 ਮਹੀਨੇ ਦਾ ਵੀ ਆਪਣੇ ਕੋਲ ਕੋਰਸ ਅਵੇਲੇਬਲ ਹੈਗਾ ਤੇ 3 ਮਹੀਨੇ ਦਾ ਕੋਰਸ ਵੀ ਅਵੇਲੇਬਲ ਹੈਗਾ। ਤੁਹਾਨੂੰ ਕਿਤੇ ਭਟਕਣਾ ਨਹੀਂ ਪੈਣਾ, ਤੁਹਾਨੂੰ ਕਿਸੇ ਦੇ ਦਰਵਾਜ਼ੇ ਨਹੀਂ ਖੜਕਾਉਣੇ ਪੈਣੇ। ਤੁਹਾਡੇ ਹੱਥ ਇੰਟਰਨੈਸ਼ਨਲ ਸਰਟੀਫਿਕੇਟ ਹੋਣਾ। ਉਹ ਸਰਟੀਫਿਕੇਟ ਲੈ ਕੇ ਭਾਵੇਂ ਤੁਸੀਂ ਦੁਬਈ ਚਲ ਜਾਓ, ਭਾਵੇਂ ਤੁਸੀਂ ਇੰਗਲੈਂਡ ਚਲ ਜਾਓ, ਕੈਨੇਡਾ ਚਲ ਜਾਓ, ਅਮਰੀਕਾ ਚਲ ਜਾਓ, ਯੂਰਪ ਚਲ ਜਾਓ, ਨਿਊਜ਼ੀਲੈਂਡ, ਆਸਟ੍ਰੇਲੀਆ, ਉਸ ਸਰਟੀਫਿਕੇਟ ਦੀ ਪੂਰੀ ਵੈਲਿਊ ਪੈਣੀ ਆ। ਅਗਰ ਬੱਚਾ ਆਪਣੇ ਕੋਲ 1 ਸਾਲ ਦਾ ਡਿਪਲੋਮੇ ਦਾ ਕੋਰਸ ਕਰਦਾ ਹੈ, ਠੀਕ ਹੈ ਜੀ, ਉਹ 1 ਸਾਲ ਦਾ ਡਿਪਲੋਮੇ ਦੇ ਕੋਰਸ ਕਰਕੇ ਉਸ ਤੋਂ ਬਾਅਦ ਉਹ ਆਪਣਾ ਉੱਥੇ ਜਾ ਕੇ ਰੈਸਟੋਰੈਂਟ ਵੀ ਓਪਨ ਕਰ ਸਕਦਾ ਤੇ ਉਸ ਤੋਂ ਬਾਅਦ ਆਪਣਾ ਕੈਫੇ ਵੀ ਓਪਨ ਕਰ ਸਕਦਾ। ਇੰਨੇ ਜੋਗਾ ਸਾਲ ਦੇ ਵਿੱਚ ਬਣਾ ਕੇ ਕਰ ਦਾਂਗੇ ਕਿ ਆਉਣ ਵਾਲੇ ਫਿਊਚਰ ਦੇ ਵਿੱਚ ਉਹਦਾ ਜਿਹੜਾ ਸੁਪਨਾ ਆ ਉਹਨੂੰ ਅਸੀਂ ਸਾਕਾਰ ਕਰਾਂਗੇ। ਠੀਕ ਹੈ, ਕੋਈ ਤਾਂ ਹੋਟਲ ਮੈਨੇਜਮੈਂਟ ਦੀ ਸਾਲ ਦੀ 3 ਲੱਖ ਰੁਪਈਆ ਫੀਸ ਲੈ ਰਿਹਾ, ਕੋਈ ਸਾਲ ਦਾ 2.5 ਲੱਖ ਲੈ ਰਿਹਾ ਨਾ। ਜੇ ਆਪਾਂ ਮੰਥਲੀ ਵੀ ਗੱਲ ਕਰੀਏ, ਕੋਈ 25,000 ਰੁਪਈਆ ਲੈ ਰਿਹਾ ਫੀਸ, ਕੋਈ 35,000 ਰੁਪਈਆ ਲੈ ਰਿਹਾ। ਹੁਣ ਮਸਲਾ ਫੀਸ ਦਾ ਵੀ ਆਉਂਦਾ। ਤੁਸੀਂ ਸੋ ਤੱਕੜ ਸਾਹਿਬ ਤੁਸੀਂ ਬਿਲਕੁਲ ਸਹੀ ਗੱਲ ਕਹੀ ਕਿ ਬੱਚਾ 3 ਲੱਖ ਵੀ ਦਿੰਦਾ ਆ ਸਾਲ ਦਾ, ਬੱਚਾ 2 ਲੱਖ ਵੀ ਦਿੰਦਾ ਆ, ਮਹੀਨੇ ਦਾ 35,000 ਵੀ ਦਿੰਦਾ। ਸੋ ਉੱਥੇ ਇੰਨੀਆਂ ਫੀਸਾਂ ਤੱਕੜ ਸਾਹਿਬ ਭਰਨ ਦੇ ਬਾਵਜੂਦ ਵੀ ਉਹਨਾਂ ਬੱਚਿਆਂ ਵੱਲ ਧਿਆਨ ਨਹੀਂ ਦਿੱਤਾ ਜਾਂਦਾ। ਬੱਚਾ ਸਾਲ ਬਾਅਦ ਵੀ ਇੰਨੀਆਂ ਫੀਸਾਂ ਦੇਖ ਕੇ ਬੱਚਾ ਖਾਲੀ ਦਾ ਖਾਲੀ ਹੀ ਰਹਿ ਜਾਂਦਾ। ਮੈਂ ਦੀਵਾਲੀ ਆਫਰ ਲੈ ਕੇ ਆਇਆ ਆ ਜਿਹੜਾ 50% ਮੈਂ ਆਫ ਦੇ ਰਿਹਾ ਆ। 50% ਆਫ ਤੱਕੜ ਸਾਹਿਬ ਤੁਸੀਂ ਬਿਲਕੁਲ ਸਹੀ ਸੁਣਿਆ ਜੀ, 50% ਮੈਂ ਆਫ ਦੇ ਰਿਹਾ ਆ। ਜਿਹੜੀ 80,000 ਫੀਸ ਸੀਗੀ ਉਹ ਮੈਂ 40,000 ਦੀਵਾਲੀ ਤੱਕ ਆਫਰ ਦੇ ਰਿਹਾ। 3,333 ਰੁਪਏ ਮਹੀਨੇ ਦੇ 50% ਦੇ ਨਾਲ 3,333 ਰੁਪਏ ਮਹੀਨੇ ਦੇ ਨਾਲ ਪਲੱਸ ਸਪੋਕਨ ਦੀ ਕਲਾਸ ਵੀ ਬੱਚੇ ਨੂੰ ਫ੍ਰੀ ਦੇ ਰਿਹਾ। 2 ਮਹੀਨੇ ਦੇ ਵਿੱਚ ਕਿੰਨਾ ਕੁਝ ਸਿੱਖ ਚੁੱਕੇ ਹੋ ਤੁਸੀਂ? 2 ਮਹੀਨੇ ਵਿੱਚ ਆਪਾਂ ਕਾਫੀ ਕੁਝ ਸਿੱਖ ਚੁੱਕੇ, ਕਾਫੀ ਕੁਜ਼ੀਨਸ, ਕਾਫੀ ਰੈਸਿਪੀਜ਼ ਆ ਚੁੱਕੀਆਂ ਹੈ ਜੋ ਕਿ ਸਾਨੂੰ ਘਰ ਨਹੀਂ ਆਉਂਦਾ ਸੀਗਾ। ਕਾਫੀ ਹੱਥ ਖੁੱਲ ਗਿਆ ਕੁਕਿੰਗ ਦੇ ਵਿੱਚ ਸਾਡਾ। ਸੋ ਪਹਿਲਾਂ ਤੁਹਾਨੂੰ ਆਉਂਦਾ ਸੀ ਇਹ ਸਾਰਾ ਕੁਝ ਬਣਾਉਣਾ ਕਿ ਨਹੀਂ ਆਉਂਦਾ ਸੀ? ਪਹਿਲਾਂ ਸਾਨੂੰ ਬਿਲਕੁਲ ਨਹੀਂ ਪਤਾ ਸੀਗਾ ਕਿ ਕਿਹੜਾ ਨਾਨ ਕਿੱਦਾਂ ਬਣਦਾ ਹੈ, ਕਿੰਨੀ ਟਾਈਮਲੀ ਬਣਦਾ ਹੈ, ਕਿੰਨੇ ਤੰਦੂਰ 'ਚ ਕਿੱਦਾਂ ਰੱਖਿਆ ਜਾਂਦਾ, ਸਾਰਾ ਕੁਝ ਇੱਥੇ ਆ ਕੇ ਪਤਾ ਲੱਗਿਆ। ਅਸੀਂ ਚਾਹੁੰਦੇ ਸੀਗੇ ਕਿ ਬਾਹਰ ਜਾਣ ਲੱਗੇ ਕਈ ਜੌਬਸ ਵਿੱਚ ਫਸ ਜਾਂਦੇ, ਕਈਆਂ ਨੂੰ ਜੌਬਸ ਨਹੀਂ ਮਿਲਦੀਆਂ, ਪਰ ਇੱਕ ਬੰਦੇ ਕੋਲ ਹੱਥ 'ਚ ਸਕਿੱਲਸ ਹੋਣ ਤਾਂ ਜੌਬਸ ਲਈ ਔਖਾ ਨਹੀਂ ਹੁੰਦਾ। ਬਸ ਉਸੇ ਕਰਕੇ ਤੇ ਮੇਰਾ ਇੰਟਰਸਟ ਵੀ ਕਾਫੀ ਸੀਗਾ ਕੁਕਿੰਗ 'ਚ, ਤਾਂ ਕਰਕੇ ਮੈਂ ਕੁਕਿੰਗ ਕਲਾਸਿਸ ਜੁਆਇਨ ਕੀਤੀਆਂ। ਇਹ ਬੱਚਾ ਮੇਰੇ ਕੋਲ 6 ਮਹੀਨੇ ਪਹਿਲਾਂ ਆਇਆ ਸੀਗਾ। 6 ਮਹੀਨੇ ਪਹਿਲਾਂ ਬੱਚਾ ਮੇਰੇ ਕੋਲ ਆਇਆ ਹੈ। ਬੱਚਾ ਇੰਨਾ ਨਰਵਸ ਸੀਗਾ, ਕਹਿੰਦਾ ਕਿ ਸਰ ਹਰਦੀਪ ਸਰ ਮੈਨੂੰ ਸਹੀ ਗਾਈਡ ਕਰੋ ਕਿਉਂਕਿ ਮੇਰੇ ਕੋਲ ਅੱਗੇ ਫਿਊਚਰ ਨਹੀਂ ਮੈਨੂੰ ਨਜ਼ਰ ਆ ਰਿਹਾ ਤੇ ਮੈਂ ਕਰਨਾ ਕੀ ਆ। ਸੋ ਮੈਂ ਇਸ ਬੱਚੇ ਨੂੰ ਮੈਂ ਹੌਸਲਾ ਦਿੱਤਾ। ਮੈਂ ਕਿਹਾ ਤੂੰ ਕਰਨਾ ਕੀ ਚਾਹੁੰਦਾ? ਕਹਿੰਦਾ ਭਾਜੀ ਮੈਂ ਕੈਨੇਡਾ ਜਾਣਾ ਚਾਹੁੰਦਾ। ਮੈਂ ਕਿਹਾ ਤੂੰ ਕੈਨੇਡਾ ਜਾਣਾ ਚਾਹੁੰਦਾ, ਤੇਰੇ ਕੋਲ ਸਕਿੱਲ ਕੀ ਆ ਹੱਥ ਦੇ ਵਿੱਚ, ਰਾਈਟ? ਸੋ ਮੈਂ ਇਹ ਕਹਿੰਦਾ ਸਰ ਮੇਰੇ ਕੋਲ ਕੈਨੇਡਾ ਜਾਣਾ ਚਾਹੁੰਦਾ, ਮੇਰੇ ਉੱਧਰ ਰੈਸਟੋਰੈਂਟ ਵਗੈਰਾ ਰਿਲੇਟਿਵਸ ਵਗੈਰਾ ਦੇ ਰੈਸਟੋਰੈਂਟ ਤੇ ਆਪਣੇ ਹੋਟਲਸ ਵਗੈਰਾ ਹੈਗੇ ਆ। ਸੋ ਮੈਂ ਇਹਨੂੰ ਗਾਈਡ ਕੀਤਾ। ਸੋ ਮੈਂ ਕਿਹਾ ਰਾਈਟ ਨਾਓ ਆਪਾਂ ਕੁਕਿੰਗ ਦਾ ਪ੍ਰੋਜੈਕਟ ਲੈ ਕੇ ਆ ਰਹੇ ਹਾਂ। ਸੋ ਮੈਂ ਉਹਨਾਂ ਨੂੰ ਇਹ ਕਿਹਾ ਕਿ ਕੁਕਿੰਗ ਦੇ ਵਿੱਚ ਤੁਸੀਂ ਆਪਣੇ ਆਪ ਨੂੰ ਸਕਿੱਲ ਇੰਨਾ ਵਧੀਆ ਕਰੋ ਤਾਂ ਉਸ ਬਿਹਾਫ ਦੇ ਉੱਪਰ ਆਪਣਾ 1 ਸਾਲ ਦਾ ਡਿਪਲੋਮਾ ਕਰਕੇ ਤੁਸੀਂ ਕੁਕਿੰਗ ਦੇ ਵਿੱਚ ਬਿਹਾਫ ਕਰਕੇ ਕਿ ਕੈਨੇਡਾ ਜਾ ਸਕਦੇ ਹੋ ਤੇ ਆਪਣੇ ਹੋਟਲਾਂ ਦੇ ਵਿੱਚ ਉੱਥੇ ਜਾ ਕੇ ਕੰਮ ਕਰ ਸਕਦੇ ਹੋ। ਜਦੋਂ ਤੁਸੀਂ ਬੱਚੇ ਨੂੰ ਬਾਹਰ ਭੇਜ ਦਿੰਦੇ ਹੋ ਤੇ ਉਹ ਬੱਚੇ ਨੂੰ ਜੇ ਤੁਸੀਂ ਉਹਨੂੰ ਆਪਣੇ ਪੈਰਾਂ ਤੇ ਖੜਾ ਕਰਨਾ ਚਾਹੁੰਦੇ ਹੋ ਤਾਂ ਕੁਕਿੰਗ ਕੋਰਸ ਆਉਣਾ ਇਸ ਵੇਲੇ ਬਹੁਤ ਜ਼ਰੂਰੀ ਹੈਗਾ ਆ। 1 ਸਾਲ ਦੇ ਕੋਰਸ ਤੋਂ ਬਾਅਦ ਬੱਚਾ ਪਿੱਛੇ ਮੁੜ ਕੇ ਦੇਖੂਗਾ, ਚਾਹੇ ਉਹ ਆਪਣਾ ਬਿਜ਼ਨਸ ਸਟਾਰਟ ਕਰ ਲਵੇ, ਬਿਜ਼ਨਸ ਨਹੀਂ ਵੀ ਸਟਾਰਟ ਕਰਦਾ, ਉਹ ਕੋਈ ਜੌਬ ਕਰਦਾ ਤਾਂ ਉਹਦੇ ਵਿੱਚ ਵਧੀਆ ਉਹ ਸੈਲਰੀ ਪਾ ਸਕਦਾ ਹੈਗਾ। ਅਗਰ ਬੱਚਾ ਆਇਲਸ ਕਰਦਾ, ਬੱਚਾ ਕਹਿੰਦਾ ਕਿ +2 ਤੋਂ ਬਾਅਦ ਮੈਂ ਕਾਮਰਸ, +2 ਦੇ ਵਿੱਚ ਮੈਂ ਕਾਮਰਸ ਕੀਤੀ ਹੈ, +2 ਤੋਂ ਬਾਅਦ ਮੈਂ ਆਹ ਡਿਗਰੀ ਆਉਂਦੀ ਆ। ਸੇਮ ਕੁਕਿੰਗ ਵੀ ਆਪਣੀ ਇਸ ਤਰ੍ਹਾਂ ਦੀ ਪੜ੍ਹਾਈ ਹੈਗੀ। ਇਹਦੇ ਵਿੱਚ ਵੀ ਪ੍ਰੈਕਟੀਕਲ ਕਲਾਸ ਅਲੱਗ ਹੁੰਦੀ ਹੈ, ਥਿਓਰੈਟੀਕਲੀ ਕਲਾਸ ਅਲੱਗ ਹੁੰਦੀ ਹੈ, ਥਿਊਰੀ ਦੀ ਅਲੱਗ ਅਸੈਸਮੈਂਟ ਹੁੰਦੀ ਹੈ, ਪ੍ਰੈਕਟੀਕਲ ਦੀ ਅਲੱਗ ਅਸੈਸਮੈਂਟ ਹੁੰਦੀ ਹੈ। 6 ਮੰਥ ਵਾਲੇ ਦੇ ਵੀ ਐਗਜ਼ਾਮ ਹੁੰਦੇ ਤੇ ਡਿਪਲੋਮੇ ਵਾਲੇ ਦੇ ਵੀ ਐਗਜ਼ਾਮ ਹੁੰਦੇ ਆ। +2 ਤੋਂ ਬਾਅਦ ਆਇਲਸ ਕੀਤੀ ਸੀਗੀ, ਬਟ ਮੇਰੇ ਪੇਰੈਂਟਸ ਨੇ ਕਿਹਾ ਕਿ ਬਈ ਜਾਣ ਤੋਂ ਪਹਿਲਾਂ ਕਿ ਕੋਈ ਸਕਿੱਲ ਹੱਥ ਵਿੱਚ ਹੋਣਾ ਚਾਹੀਦਾ ਤੇ ਕੁਕਿੰਗ ਦੇ ਵਿੱਚ ਥੋੜਾ ਇੰਟਰਸਟ ਸੀਗਾ ਤੇ ਉਸ ਇੰਟਰਸਟ ਨੂੰ ਹੋਰ ਵਧਾਉਣ ਦੇ ਲਈ ਮੈਂ ਇੱਥੇ ਜੁਆਇਨ ਕੀਤਾ ਵਾਈਟਸਟੋਨ 'ਚ। ਇੱਥੇ ਆਉਣ ਤੋਂ ਬਾਅਦ ਮੈਂ ਬਹੁਤ ਕੁਝ ਸਿੱਖਿਆ ਤੇ ਮੈਂ ਘਰ ਵੀ ਬਣਾਉਂਦੀ ਹਾਂ, ਜਿਹਦੇ ਨਾਲ ਮੇਰੇ ਪੇਰੈਂਟਸ ਬਹੁਤ ਖੁਸ਼ ਹੁੰਦੇ ਆ ਵੀ ਕੁਝ ਸਿੱਖ ਕੇ ਆ ਰਿਹਾ ਬੱਚਾ। ਹੁਣ ਅਪਰੂਵਡ ਵਰਲਡ ਵਾਈਡ ਜਿਹੜਾ ਇੰਟਰਨੈਸ਼ਨਲ ਲੈਵਲ ਤੇ ਸਰਟੀਫਿਕੇਟ ਆ ਉਹ ਵੀ ਅਸੀਂ ਬੱਚੇ ਨੂੰ ਜਿਹੜਾ ਸਾਲ ਵਾਲਾ ਡਿਪਲੋਮਾ ਸਾਡੇ ਕੋਲ ਲੈਂਦਾ ਤੇ 6 ਮਹੀਨੇ ਬਾਅਦ ਲੈਂਦਾ, ਅਸੀਂ ਉਹਨਾਂ ਨੂੰ ਉਹ ਪ੍ਰਾਪਤ ਕਰਕੇ ਦਿੰਦੇ ਆ। ਅਸੀਂ ਉਹਨਾਂ ਨੂੰ ਅਚੀਵਮੈਂਟਸ ਉਹਨਾਂ ਨੂੰ ਦਿੰਦੇ ਆ। ਬੱਚਾ ਮਤਲਬ ਕਿ ਇੱਥੋਂ ਸਾਡੇ ਕੋਲ ਖਾਲੀ ਹੱਥ ਆਇਆ, ਬਟ ਜਾਂਦੇ ਉਹ ਇੱਥੋਂ ਸਾਡੇ ਕੋਲ ਖਾਲੀ ਹੱਥ ਨਹੀਂ, ਬਹੁਤ ਕੁਝ ਲੈ ਕੇ ਜਾਵੇਗਾ। ਮੈਡਮ ਕੀ ਬਣਾ ਰਹੇ ਤੁਸੀਂ? आज एप्पल पाई बना रहे हैं। ਤੁਹਾਨੂੰ ਕਿੰਨਾ ਟਾਈਮ ਹੋ ਗਿਆ ਇੱਥੇ? 1 मंथ हो गया। ਕੀ ਸਿੱਖਿਆ? ਕਿੰਨੀਆਂ ਕੁ ਡਿਸ਼ेज ਆ ਗਈਆਂ ਤੁਹਾਨੂੰ 1 ਮਹੀਨੇ 'ਚ? 15 तो 20 डिशेज सीखी है। ਪਹਿਲਾਂ ਕੀ ਆਉਂਦਾ ਸੀ ਤੁਹਾਨੂੰ? ਬਣਾਉਣਾ ਆਉਂਦਾ ਸੀ ਕੁਝ ਪਹਿਲਾਂ ਇਦਾਂ ਦਾ? तो ज़्यादा नहीं आता था, पर इससे आने के बाद काफ़ी कुछ सीखा है। डिफरेंट cuisines भी, डिफरेंट जो नहीं पता था वो भी सीखा है। ਕੁਕਿੰਗ ਕਲਾਸ ਤਾਂ ਲਗਵਾਉਂਦੇ ਆ, ਪਰ ਸਪੋਕਨ ਇੰਗਲਿਸ਼ ਕਲਾਸਿਸ ਵੀ ਲਵਾਉਂਦੇ ਆ। ਇਹ ਸੱਚ ਹੈ? ਇਹ ਲਵਾਉਂਦੇ? ਹਾਂਜੀ ਸਰ,
ਡੇਲੀ ਕਲਾਸ ਲੱਗਦੀ ਆ ਆਪਣੀ, ਤੇ ਇਹ ਕੋਰਸ ਦੇ ਵਿੱਚ ਹੀ ਆ, ਕੋਈ ਇਹਦੀ ਐਕਸਟਰਾ ਫੀਸ ਨਹੀਂ ਹੈਗੀ। ਇੰਨੇ ਜੋਗਾ ਕਰ ਦਾਂਗਾ ਕਿ ਉਹ ਆਪਣਾ ਰੈਸਟੋਰੈਂਟ ਤੇ ਆਪਣਾ ਉਹ ਕੈਫੇ ਖੋਲ ਸਕਣ, ਤੇ ਤਾਂ ਕਿ ਉਹ ਆਪਣੇ ਹਸਬੰਡ ਦੇ ਨਾਲ ਮੋਢਾ ਜੋੜ ਕੇ ਕੰਮ ਕਰ ਸਕਣ, ਤਾਂ ਕਿ ਆਮਦਨ ਸੋਰਸ ਵੀ ਡਬਲ ਹੋ ਸਕੇ। ਸਾਇੰਟੀ ਵੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਹਰਦੀਪ ਸਿੰਘ ਤੱਗੜ। ਅੱਜ ਦੇ ਟਾਈਮ ਦੇ ਵਿੱਚ ਬੱਚਾ +2 ਕਰਨ ਤੋਂ ਬਾਅਦ ਜਿੱਥੇ ਆਇਲਸ ਦੀਆਂ ਕਲਾਸਾਂ ਲੈਂਦਾ, ਜਿੱਥੇ ਕੰਪਿਊਟਰ ਕੋਰਸਿਸ ਕਰਦਾ ਜਾਂ ਹੋਰ ਡਿਪਲੋਮੇ ਕਰਦਾ, ਉਸ ਦੇ ਨਾਲ ਹੀ ਜਿਹੜੀਆਂ ਕਿ ਕੁਕਿੰਗ ਦੀਆਂ ਕਲਾਸਾਂ ਵਿੱਚ ਵੀ ਕਾਫੀ ਰੁਝਾਨ ਵੱਧ ਰਿਹਾ ਆ। ਬਹੁਤ ਸਾਰੇ ਬੱਚੇ ਕੁਕਿੰਗ ਦੀਆਂ ਕਲਾਸਾਂ ਲਗਾ ਕੇ ਆਪਣੇ ਫਿਊਚਰ ਨੂੰ ਵਧੀਆ ਬਣਾ ਰਹੇ ਆ। ਸੋ ਸਾਡੇ ਜਿਹੜੇ ਦਰਸ਼ਕ ਹੈਗੇ ਆ, ਖਾਸ ਤੌਰ ਤੇ ਬੱਚੇ ਜਿਹੜੇ ਸਟੂਡੈਂਟਸ ਹੈਗੇ ਆ, ਜਿਹੜੇ +2 ਕਰ ਚੁੱਕੇ ਆ ਜਾਂ 10th ਕਰ ਚੁੱਕੇ ਆ ਜਾਂ ਉਸ ਤੋਂ ਉੱਪਰਲੀ ਏਜ ਵੀ ਹੈਗੀ ਆ, ਉਹ ਚਾਹੁੰਦੇ ਸੀਗੇ ਕਿ ਉਹਨਾਂ ਨੂੰ ਦੱਸਿਆ ਜਾਵੇ ਕਿ ਪੂਰੇ ਦੁਆਬੇ ਦੇ ਵਿੱਚ, ਖਾਸ ਤੌਰ ਤੇ ਜੇਕਰ ਫਗਵਾੜਾ ਸ਼ਹਿਰ ਦੀ ਗੱਲ ਕਰੀਏ, ਉੱਥੇ ਜਿਹੜੇ ਕੁਕਿੰਗ ਕਲਾਸਿਸ, ਕੁਕਿੰਗ ਦੇ ਕੋਰਸ ਕਿੱਥੇ ਵਧੀਆ ਤਰੀਕੇ ਨਾਲ ਕਰਵਾਏ ਜਾਂਦੇ ਆ। ਜਦੋਂ ਅਸੀਂ ਬਰੀਕੀ ਨਾਲ ਸਰਵੇ ਕਰਦੇ ਆ, ਚਾਰੇ ਪਾਸੇ ਦੇਖਦੇ ਆ, ਤੇ ਫਗਵਾੜਾ ਦੇ ਵਿੱਚ ਬੱਸ ਸਟੈਂਡ ਦੇ ਆਪੋਜ਼ਿਟ ਜਿਹੜਾ ਕਿ ਵਾਈਟ ਸਟੋਨ ਦਾ ਇੱਕ ਇੰਸਟੀਚਿਊਟ ਹੈਗਾ, ਉਸ ਦਾ ਨਾਮ ਬੜੇ ਵੱਡੇ ਪੱਧਰ ਤੇ ਸਾਹਮਣੇ ਆ ਰਿਹਾ, ਤੇ ਉੱਥੇ ਬਹੁਤ ਜਿਹੜੇ ਕਿ ਬੱਚੇ ਸੌਖੇ ਤਰੀਕੇ ਦੇ ਨਾਲ ਆਪਣੀਆਂ ਕੁਕਿੰਗ ਦੀਆਂ ਕਲਾਸਾਂ ਲਗਾ ਰਹੇ ਆ। ਇਹ ਵੀ ਸੁਣਨ ਦੇ ਵਿੱਚ ਆਇਆ ਕਿ ਉੱਥੇ ਬਹੁਤ ਸਾਰੀਆਂ ਡੀਲਸ ਚੱਲ ਰਹੀਆਂ, ਜਿੱਥੇ ਬੱਚੇ ਆਪਣੇ ਬਹੁਤ ਸਾਰੇ ਪੈਸੇ ਵੀ ਬਚਾ ਰਹੇ ਆ। ਤੇ ਮਕਸਦ ਬੱਚਿਆਂ ਦਾ ਇਹ ਹੁੰਦਾ, ਜਦੋਂ ਉਹ ਪੜ੍ਹਨ ਤੋਂ ਬਾਅਦ, ਆਇਲਸ ਕਰਨ ਤੋਂ ਬਾਅਦ ਜਦੋਂ ਬਾਹਰਲੇ ਮੁਲਕਾਂ ਵਿੱਚ ਜਾਂਦੇ ਆ, ਤੇ ਉਹਨਾਂ ਨੂੰ ਕੁਕਿੰਗ ਕਰਨੀ ਸੌਖੀ ਹੋ ਜਾਵੇ, ਤੇ ਦੂਜੇ ਪਾਸੇ ਜਦੋਂ ਉਹਨਾਂ ਨੇ ਆਪਣੀਆਂ ਜੌਬਸ ਲੱਭਣੀਆਂ ਆ, ਜੌਬਸ ਕਰਨੀਆਂ, ਉਹਦੇ ਵਿੱਚ ਆਸਾਨੀ ਹੋਵੇ। ਤੇ ਇਹ ਵੀ ਪਤਾ ਲੱਗਾ ਕਿ ਉਹ ਸਰਟੀਫਿਕੇਟ ਵੀ ਜਿਹੜਾ ਕਿ ਗਵਰਨਮੈਂਟ ਤੋਂ ਮਾਨਤਾ ਪ੍ਰਾਪਤ ਦਿੰਦੇ ਆ। ਦੂਜੇ ਪਾਸੇ ਜੇਕਰ ਤੁਸੀਂ ਇੰਡੀਆ ਦੇ ਵਿੱਚ ਹੈਗੇ ਆ, ਤੁਸੀਂ ਆਪਣਾ ਕੋਈ ਕੈਫੇ ਖੋਲ੍ਹਣਾ, ਤੁਸੀਂ ਕੋਈ ਢਾਬਾ ਖੋਲ੍ਹਣਾ, ਤੁਸੀਂ ਕੋਈ ਰੈਸਟੋਰੈਂਟ ਖੋਲ੍ਹਣਾ, ਜਾਂ ਤੁਸੀਂ ਘਰ ਦੇ ਵਿੱਚ ਵੀ ਕੁਕਿੰਗ ਆਪਣੀ ਕਰਨਾ ਚਾਹੁੰਦੇ ਹੋ, ਤਾਂ ਤੁਹਾਡੇ ਲਈ ਵੀ ਇਹ ਇੱਕ ਸੁਨਹਿਰੀ ਮੌਕਾ ਹੈਗਾ। ਬਹੁਤ ਵਧੀਆ ਤਰੀਕੇ ਨਾਲ ਉੱਥੇ ਸਿਖਾਇਆ ਜਾਂਦਾ। ਹੁਣ ਆਪਾਂ ਜਾਵਾਂਗੇ, ਜਿਹੜੇ ਉੱਥੇ ਦੇ ਮੈਨੇਜਿੰਗ ਡਾਇਰੈਕਟਰ ਹੈਗੇ ਆ ਹਰਦੀਪ ਸੀਰਾ ਜੀ, ਉਹਨਾਂ ਨਾਲ ਖਾਸ ਗੱਲਬਾਤ ਕਰਾਂਗੇ। ਜਿਹੜੇ ਤੁਹਾਡੇ ਮਨਾਂ ਦੇ ਸਵਾਲ ਹੈਗੇ ਆ, ਉਹ ਵੀ ਆਪਾਂ ਕਲੀਅਰ ਕਰਾਂਗੇ। ਆ ਹੁਣ ਚੱਲਦੇ ਆ ਵਾਈਟ ਸਟੋਨ ਬੱਸ ਸਟੈਂਡ ਦੇ ਆਪੋਜ਼ਿਟ ਫਗਵਾੜਾ ਸ਼ਹਿਰ 'ਚ। ਆਓ ਚਲੀਏ। ਸੋ ਫਾਈਨਲੀ ਹੁਣ ਅਸੀਂ ਪਹੁੰਚ ਚੁੱਕੇ ਹਾਂ ਵਾਈਟ ਸਟੋਨ, ਜਿੱਥੇ ਕਿ ਇੱਥੋਂ ਦੇ ਮੈਨੇਜਿੰਗ ਡਾਇਰੈਕਟਰ ਹਰਦੀਪ ਸੀਰਾ ਨਾਲ ਅਸੀਂ ਖਾਸ ਗੱਲਬਾਤ ਕਰਾਂਗੇ। ਜੋ ਬੱਚਿਆਂ ਦੇ ਸਵਾਲ ਹੈਗੇ ਉਹਦੇ ਬਾਰੇ ਪੁੱਛਾਂਗੇ। ਸਰ, ਥੈਂਕ ਯੂ ਵੈਰੀ ਮਚ, ਤੁਸੀਂ ਸਾਨੂੰ ਟਾਈਮ ਦਿੱਤਾ, ਕਿਉਂਕਿ ਜਿਹੜੇ ਸਾਡੇ ਦਰਸ਼ਕ ਹੈਗੇ ਆ, ਉਹ ਬੱਚੇ ਤੁਹਾਡੇ ਤੋਂ ਕਈ ਸਵਾਲ ਪੁੱਛ ਰਹੇ ਆ। ਉਹ ਸਭ ਤੋਂ ਪਹਿਲਾਂ ਤਾਂ ਇਹ ਪੁੱਛਣਾ ਚਾਹੁੰਦੇ ਆ, ਜਿਹੜਾ ਕੁਕਿੰਗ ਦੀ ਕਲਾਸ ਲਗਾਉਂਦੇ ਆ, ਕੁਕਿੰਗ ਦਾ ਕੋਰਸਿਸ ਕਰਦੇ ਆ, ਉਹਦੇ ਨਾਲ ਕੀ ਫਿਊਚਰ ਬੱਚੇ ਦਾ ਬਣਦਾ, ਕੀ ਉਹਨਾਂ ਨੂੰ ਕਾਮਯਾਬੀ ਮਿਲਦੀ ਆ। ਜਿਹਨੇ ਕੁਕਿੰਗ ਦੀ ਕਲਾਸ ਲਾਉਣੀ ਹੈਗੀ ਆ, ਤੇ ਉਹਦੇ ਲਈ ਏਜ ਕਿੰਨੀ ਹੋਣੀ ਚਾਹੀਦੀ ਆ? ਤੱਗੜ ਸਾਹਿਬ, ਪਹਿਲਾਂ ਤਾਂ ਕੁਕਿੰਗ ਦੇ ਵਿੱਚ ਏਜ ਲਿਮਿਟ ਕੋਈ ਨਹੀਂ ਹੈਗੀ ਜੀ। ਆਪਣੇ ਕੋਲ 10th ਤੋਂ ਬਾਅਦ ਵੀ ਬੱਚਾ ਆਪਣੇ ਕੋਲ ਆ ਸਕਦਾ, +2 ਤੋਂ ਬਾਅਦ ਵੀ ਬੱਚਾ ਆ ਸਕਦਾ, ਆਪਣੇ ਕੋਲ 25 ਸਾਲ ਵਾਲਾ ਉਮਰ ਵਾਲਾ ਵੀ ਆ ਸਕਦਾ, 30-35 ਸਾਲ ਵਾਲਾ ਵੀ ਆ ਸਕਦਾ। ਇਹਦੇ ਵਿੱਚ ਏਜ ਦੀ ਕੋਈ ਉਮਰ ਨਹੀਂ ਹੈਗੀ। ਤੇ ਦੂਜੀ ਗੱਲ, ਅਗਰ ਕੋਈ ਬੱਚਾ +2 ਤੋਂ ਬਾਅਦ ਜਾਂਦਾ, ਠੀਕ ਹੈ ਜੀ, ਬਾਹਰ ਆਪਣਾ ਸਟੱਡੀ ਵੀਜ਼ਾ ਲਾ ਕੇ ਜਾਂਦਾ, ਸਭ ਤੋਂ ਪਹਿਲਾਂ ਉਹਨੂੰ ਪ੍ਰੋਬਲਮ ਆਉਂਦੀ ਹੈ ਕੁਕਿੰਗ ਦੀ, ਠੀਕ ਹੈ ਜੀ। ਸੋ ਕੁਕਿੰਗ ਦੀ ਉਹਨੂੰ ਪ੍ਰੋਬਲਮ ਆਉਂਦੀ ਆ, ਉਹ ਸਾਡੇ ਕੋਲ ਆਵੇ ਜੀ, ਠੀਕ ਹੈ ਜੀ। ਕੁਕਿੰਗ ਦੇ ਵਿੱਚ ਅਸੀਂ ਉਹਨੂੰ ਇੰਨੇ ਸਕਿੱਲਸ ਵਧੀਆ ਉਹਨੂੰ ਕਰਵਾ ਕੇ ਦੇ ਦੇਵਾਂਗੇ ਕਿ ਬਾਹਰ ਜਾ ਕੇ ਉਹਨੂੰ ਕੁਕਿੰਗ ਦੇ ਵਿੱਚ ਕੋਈ ਪ੍ਰੋਬਲਮ ਨਹੀਂ ਆਏਗੀ। ਉਹ ਵਧੀਆ ਆਪਣੀ ਜੌਬ ਕਰ ਸਕਦਾ, ਰੈਸਟੋਰੈਂਟ ਲਾਈਨ ਦੇ ਵਿੱਚ ਜੌਬ ਕਰ ਸਕਦਾ, ਕੁਛ ਆਪਣੇ ਬੇਕਰੀ ਲਾਈਨ ਦੇ ਵਿੱਚ ਜੌਬ ਕਰ ਸਕਦਾ, ਤੇ ਉਹਦੇ ਨਾਲ ਉਹਨੂੰ ਉਹਦੇ ਨਾਲ ਜਿਹੜਾ ਡਾਲਰ ਰੇਟ ਵੀ ਹੋਊਗਾ, ਉਹਦੇ ਪੈਸੇ, ਉਹਦੀ ਤੇਰੀ ਤਨਖਾਹ ਜਿਹੜੀ ਉਹਨੂੰ ਸੈਲਰੀ ਹੋਊਗੀ, ਉਹ ਵੀ ਉਹਨੂੰ ਆਮ ਬੱਚੇ ਤੋਂ ਜ਼ਿਆਦਾ ਮਿਲੂਗੀ, ਅਗਰ ਉਹਨੂੰ ਸਕਿੱਲਸ ਹੀ ਹੈਗੀ ਹੈ। ਸੋ ਅਗਰ ਬੱਚਾ ਪਹਿਲਾਂ ਉੱਥੇ ਜਾਂਦਾ, ਪਹਿਲਾਂ ਉਹਨੂੰ ਸਿੱਖੂਗਾ, ਉੱਥੇ ਮਹੀਨਾ 2 ਮਹੀਨੇ ਲਾਊਗਾ, ਟ੍ਰੇਨਿੰਗ ਕਰੂਗੇ, ਜਿੱਥੇ ਵੀ ਜਾਓਗੇ। ਸੋ ਅਸੀਂ ਬੱਚੇ ਨੂੰ ਇੱਥੋਂ ਹੀ ਪ੍ਰਪੇਅਰ ਕਰਕੇ ਭੇਜਾਂਗੇ, ਤਾਂ ਕਿ ਉੱਥੇ ਜਾ ਕੇ ਤੱਗੜ ਸਾਹਿਬ ਉਹਨੂੰ ਕੋਈ ਬੱਚੇ ਨੂੰ ਤੰਗੀ ਨਾ ਆਵੇ। ਸੋ ਵਾਕਈ ਸਰ, ਉਹਨਾਂ ਨੇ ਇੱਕ ਕਾਫੀ ਵਧੀਆ ਤਰੀਕੇ ਨਾਲ ਜ਼ਬਰਦਸਤ ਜਵਾਬ ਦਿੱਤਾ ਹੈਗਾ। ਇਹ ਇੱਕ ਸਕਿੱਲ ਹੈਗਾ, ਕੁਕਿੰਗ ਸਕਿੱਲ ਹੈ ਨਾ। ਤੁਸੀਂ ਇੱਥੋਂ ਕਰਕੇ ਜਾਓਗੇ ਤਾਂ ਤੁਸੀਂ ਵਾਈਟ ਕਾਲਰ ਜਿਹਨੂੰ ਜੌਬ ਕਹਿੰਦੇ, ਵਧੀਆ ਤੁਸੀਂ ਕੰਮ ਕਰ ਸਕਦੇ ਆ। ਰੈਸਟੋਰੈਂਟ ਦੇ ਵਿੱਚ, ਹੋਟਲ ਦੇ ਵਿੱਚ ਤੁਹਾਨੂੰ ਜਿਹੜੀ ਤੁਹਾਡੀ ਪੇ ਹੈਗੀ ਆ, ਤੁਹਾਡੀ ਸੈਲਰੀ, ਉਹ ਵਧੀਆ ਮਿਲੂਗੀ। ਸਰ, ਇਹ ਵੀ ਦੱਸੋ ਵੀ ਜਿਨ੍ਹਾਂ ਨੇ ਜੁਆਇਨ ਕਰਨਾ ਹੈਗਾ ਇੱਥੇ ਨਾ, ਇਹਦੇ ਵਿੱਚ ਵੀ ਕੋਈ ਲਿਮਿਟ ਹੁੰਦੀ ਹੋਊਗੀ, ਕਿੰਨੇ ਟਾਈਮ ਦੀ, ਕਿੰਨੇ ਸਾਲ ਦਾ, ਕਿੰਨੇ ਮਹੀਨੇ ਦਾ, ਕਿੰਨੇ ਚਿਰ ਦਾ ਕੋਰਸ ਹੁੰਦਾ? ਇਹਦੇ ਵਿੱਚ ਤੁਸੀਂ ਕੀ ਸਿਖਾਉਂਦੇ ਹੋ, ਕਿਵੇਂ ਬੱਚੇ ਨੂੰ ਸ਼ਿੰਗਾਰਦੇ ਆ? ਤੱਗੜ ਸਾਹਿਬ, ਇਹਦੇ ਵਿੱਚ ਆਪਣੇ ਕੋਲੋਂ ਗੱਲ ਕੀਤੀ ਜਾਵੇ, ਆਪਣੇ ਕੋਲ 2 ਮੰਥ ਤੋਂ ਲੈ ਕੇ 1 ਸਾਲ ਦੇ ਡਿਪਲੋਮੇ ਦੇ ਕੋਰਸਿਸ ਅਵੇਲੇਬਲ ਹੈਗੇ, ਠੀਕ ਹੈ ਜੀ। ਹੁਣ ਕਈ ਬੱਚੇ ਹੁੰਦੇ ਕਿ ਜਿਨ੍ਹਾਂ ਦਾ ਜੀ ਅਸੀਂ ਸਟੱਡੀ ਵੀਜ਼ਾ ਲਗਾਇਆ ਹੋਇਆ ਹੈ, ਕਿ ਸਾਡੇ ਕੋਲ ਟਾਈਮ ਲਿਮਿਟ ਬਹੁਤ ਘੱਟ ਆ,
ਸੀਗਾ ਜੀ। ਟਾਈਮ ਲਿਮਿਟ ਘੱਟ ਹੋਣ ਕਰਕੇ 2 ਮਹੀਨੇ ਦਾ ਵੀ ਆਪਣੇ ਕੋਲ ਕੋਰਸ ਅਵੇਲੇਬਲ ਹੈਗਾ ਤੇ 3 ਮਹੀਨੇ ਦਾ ਕੋਰਸ ਵੀ ਅਵੇਲੇਬਲ ਹੈਗਾ। ਬੱਚੇ ਦਾ ਵੀਜ਼ਾ ਲੱਗ ਗਿਆ, ਬੱਚੇ ਕੋਲ 3 ਮਹੀਨੇ ਦਾ ਟਾਈਮ ਬੱਚੇ ਕੋਲ ਹੈਗਾ। 3 ਮਹੀਨੇ ਬਾਅਦ ਬੱਚੇ ਦੀ ਟਿਕਟ ਹੈ। 3 ਮਹੀਨੇ ਦੇ ਵਿੱਚ ਬੱਚਾ ਕਹਿੰਦਾ ਕਿ ਮੰਮਾ ਮੈਂ ਕੁਝ ਸਿੱਖਣਾ ਆ, ਡੈਡੀ ਕੁਝ ਮੈਂ ਸਿੱਖਣਾ ਆ, ਠੀਕ ਹੈ ਜੀ, ਮੈਨੂੰ ਕੁਝ ਆਂਦਾ ਨਹੀਂ, ਠੀਕ ਹੈ ਜੀ। ਸੋ ਉਹ 3 ਮਹੀਨਿਆਂ ਦੇ ਵਿੱਚ ਬੱਚੇ ਨੂੰ ਅਸੀਂ ਟ੍ਰੇਨਡ ਕਰਕੇ ਉੱਥੇ ਭੇਜ ਦੇਣਾ ਤਾਂ ਕਿ ਉੱਥੇ ਜਾ ਕੇ ਬੱਚੇ ਨੂੰ ਕੋਈ ਤੰਗੀ ਨਾ ਆਵੇ। ਉੱਥੇ ਅਗਰ ਬੱਚਾ ਆਪਣਾ ਅਪਾਰਟਮੈਂਟ ਰਹਿੰਦਾ, ਖੁਦ ਬੱਚੇ 3-4 ਅਪਾਰਟਮੈਂਟ ਰਹਿੰਦੇ ਆ, ਅਲੱਗ-ਅਲੱਗ ਰਹਿੰਦੇ ਆ, ਉਹ ਆਪਣਾ ਉਹਦੇ ਵਿੱਚ ਡਿਊਟੀਆਂ ਲਗਾਈਆਂ ਹੁੰਦੀਆਂ ਬੱਚੇ ਨੇ ਵੀ ਮੈਂ ਰੋਟੀ ਪਾਣੀ ਆਹ ਟਾਈਮ ਦੀ ਮੈਂ ਅਲੱਗ ਬਣਾਉਣੀ ਹੈ। ਸੋ ਉਹਨੂੰ ਬੱਚੇ ਨੂੰ ਉੱਥੇ ਕੋਈ ਤੰਗੀ ਪਰੇਸ਼ਾਨੀ ਆਊਗੀ। ਆਪ ਬੱਚਾ ਉੱਥੇ ਜਾ ਕੇ ਕੁਕਿੰਗ ਲਈ ਐਕਸਪਰਟ ਕਰਕੇ ਅਸੀਂ ਭੇਜਾਂਗੇ। ਉੱਥੇ ਆਪਣੇ ਸਕਿੱਲਸ ਬੱਚੇ ਮਜ਼ਬੂਤ ਕਰਕੇ ਇੱਥੋਂ ਭੇਜਾਂਗੇ। ਉਹਦੇ ਵਿੱਚ ਉੱਥੇ ਜਾ ਕੇ ਬੱਚੇ ਨੂੰ ਕੋਈ ਵੀ ਪ੍ਰੋਬਲਮਸ ਨਹੀਂ ਆਊਗੀ। ਤੱਗੜ ਸਾਹਿਬ ਜਿਹੜਾ 2 ਮਹੀਨੇ ਦਾ ਕੋਰਸ ਕਰਤਾ ਉਹਦੇ ਬਾਰੇ ਤੁਹਾਨੂੰ ਦੱਸਤਾ। ਉਸ ਤੋਂ ਬਾਅਦ ਅਗਰ ਬੱਚਾ ਆਪਣੇ ਕੋਲ 2 ਮਹੀਨੇ ਤੋਂ ਬਾਅਦ ਆਪਣੇ ਕੋਲ 3 ਮਹੀਨੇ ਦਾ ਕੋਰਸ ਵੀ ਹੈਗਾ, 6 ਮੰਥ ਦਾ ਕੋਰਸ ਵੀ ਹੈਗਾ ਤੇ ਆਪਣੇ ਕੋਲ 1 ਸਾਲ ਦਾ ਡਿਪਲੋਮੇ ਦਾ ਕੋਰਸ ਵੀ ਹੈਗਾ। ਅਗਰ ਬੱਚਾ ਆਪਣੇ ਕੋਲ 1 ਸਾਲ ਦਾ ਡਿਪਲੋਮੇ ਦਾ ਕੋਰਸ ਕਰਦਾ ਹੈ, ਠੀਕ ਹੈ ਜੀ, ਉਹ 1 ਸਾਲ ਦਾ ਡਿਪਲੋਮੇ ਦੇ ਕੋਰਸ ਕਰਕੇ ਉਸ ਤੋਂ ਬਾਅਦ ਉਹ ਆਪਣਾ ਉੱਥੇ ਜਾ ਕੇ ਰੈਸਟੋਰੈਂਟ ਵੀ ਓਪਨ ਕਰ ਸਕਦਾ ਤੇ ਉਸ ਤੋਂ ਬਾਅਦ ਆਪਣਾ ਕੈਫੇ ਵੀ ਓਪਨ ਕਰ ਸਕਦਾ। ਕਿਉਂਕਿ ਆਪਾਂ 2 ਮਹੀਨੇ ਤੋਂ ਲੈ ਕੇ 1 ਸਾਲ ਦੇ ਆਪਾਂ ਅਗਰ ਕੋਰਸ ਇੱਥੇ ਕਰਵਾਉਂਦੇ ਆ, ਆਪਾਂ ਸਮੇਂ ਦਾ ਕੰਪੈਰੀਜ਼ਨ 2 ਮਹੀਨੇ ਦਾ ਤੇ ਸਾਲ ਨਾਲ ਨਹੀਂ ਕਰ ਸਕਦੇ। ਸੋ 2 ਮਹੀਨੇ ਦੇ ਵਿੱਚ ਅਸੀਂ ਘੱਟੋ ਘੱਟ 35 ਤੋਂ 40 ਡਿਸ਼ਿਸ ਅਸੀਂ ਸਿਖਾਵਾਂਗੇ ਤੇ ਸਾਲ ਦੇ ਵਿੱਚ ਅਸੀਂ 150 ਪਲੱਸ ਡਿਸ਼ਿਸ ਸਿਖਾ ਦੇਣੀਆਂ ਤੇ ਉਹਦੇ ਵਿੱਚ ਬੱਚੇ ਨੂੰ ਅਸੀਂ ਕੁਕਿੰਗ ਦੇ ਵਿੱਚ ਵੀ ਐਕਸਪਰਟ ਕਰ ਦੇਣਾ, ਬੇਕਰੀ ਦੇ ਵਿੱਚ ਵੀ ਐਕਸਪਰਟ ਕਰ ਦੇਣਾ ਤੇ ਤੰਦੂਰ ਦੇ ਵਿੱਚ ਵੀ ਕਰ ਦੇਣਾ। ਬਾਕੀ ਬੱਚੇ ਦਾ ਮਨ ਹੈ ਬੱਚਾ ਕਿਹਦੇ ਵਿੱਚ ਐਡਮਿਸ਼ਨ ਲੈਂਦਾ ਜੀ, ਫੂਡ ਪ੍ਰੋਡਕਸ਼ਨ ਦੇ ਵਿੱਚ ਬੱਚਾ ਐਡਮਿਸ਼ਨ ਲੈਂਦਾ, ਕੁਕਿੰਗ ਲਾਈਨ ਦੇ ਵਿੱਚ ਲੈਂਦਾ ਕਿ ਤੰਦੂਰ ਦੇ ਵਿੱਚ ਲੈਂਦਾ। ਸੋ ਅਸੀਂ ਉਹਨੂੰ ਇੰਨੇ ਜੋਗਾ ਸਾਲ ਦੇ ਵਿੱਚ ਬਣਾ ਕੇ ਕਰ ਦਾਂਗੇ ਕਿ ਆਉਣ ਵਾਲੇ ਫਿਊਚਰ ਦੇ ਵਿੱਚ ਉਹਦਾ ਜਿਹੜਾ ਸੁਪਨਾ ਆ ਉਹਨੂੰ ਅਸੀਂ ਸਾਕਾਰ ਕਰਾਂਗੇ। ਵਾਕਈ ਤੁਸੀਂ ਇਹ ਇੱਕ ਅਹਿਮ ਕੜੀ ਵੀ ਬਣ ਚੁੱਕੀ ਆ। ਬਹੁਤ ਬੱਚੇ ਕੁਕਿੰਗ ਦੀ ਦੌੜ ਵਿੱਚ ਲੱਗੇ ਹੋਏ ਆ। ਜਦੋਂ ਵੀ ਤੁਸੀਂ ਆਪਣੇ ਬੱਚੇ ਨੂੰ ਬਾਹਰਲੇ ਮੁਲਕਾਂ ਵਿੱਚ ਭੇਜਦੇ ਆ, ਤੁਹਾਨੂੰ ਕੁਕਿੰਗ ਕੋਰਸ ਕਰਵਾਉਣਾ ਬਹੁਤ ਜ਼ਰੂਰੀ ਹੈਗਾ। ਜਦੋਂ ਤੁਸੀਂ ਬੱਚੇ ਨੂੰ ਬਾਹਰ ਭੇਜ ਦਿੰਦੇ ਹੋ ਤੇ ਉਹ ਬੱਚੇ ਨੂੰ ਜੇ ਤੁਸੀਂ ਉਹਨੂੰ ਆਪਣੇ ਪੈਰਾਂ ਤੇ ਖੜਾ ਕਰਨਾ ਚਾਹੁੰਦੇ ਹੋ ਤਾਂ ਕੁਕਿੰਗ ਕੋਰਸ ਆਉਣਾ ਇਸ ਵੇਲੇ ਬਹੁਤ ਜ਼ਰੂਰੀ ਹੈਗਾ ਆ। 1 ਸਾਲ ਦੇ ਕੋਰਸ ਤੋਂ ਬਾਅਦ ਬੱਚਾ ਪਿੱਛੇ ਮੁੜ ਕੇ ਦੇਖੂਗਾ, ਚਾਹੇ ਉਹ ਆਪਣਾ ਬਿਜ਼ਨਸ ਸਟਾਰਟ ਕਰ ਲਵੇ, ਬਿਜ਼ਨਸ ਨਹੀਂ ਵੀ ਸਟਾਰਟ ਕਰਦਾ, ਉਹ ਕੋਈ ਜੌਬ ਕਰਦਾ ਤਾਂ ਉਹਦੇ ਵਿੱਚ ਵਧੀਆ ਉਹ ਸੈਲਰੀ ਪਾ ਸਕਦਾ ਹੈਗਾ, ਬਜਾਏ ਜਿਵੇਂ ਤੁਸੀਂ ਕੋਈ ਹੋਰ ਲੇਬਰ ਦੀ ਜੌਬ ਕਰਦੇ ਆ ਉਹਦੇ ਨਾਲੋਂ ਤਾਂ 100 ਦਰਜੇ ਵਧੀਆ ਤਰੀਕੇ ਨਾਲ 1 ਸਾਲ ਦੀ ਕੋਰਸ ਤੋਂ ਬਾਅਦ ਬੱਚਾ ਆਪਣਾ ਫਿਊਚਰ ਵਧੀਆ ਬਣਾ ਸਕਦਾ। ਸਰ 1 ਸਾਲ ਬੱਚਾ ਤੁਹਾਡੇ ਕੋਲ ਕੋਰਸ ਕਰਦਾ ਨਾ, ਉਹਦੇ ਹੋਰ ਉਹਨੂੰ ਬ੍ਰਾਈਟ ਬਣਾਉਣ ਲਈ, ਹੋਰ ਉਹਨੂੰ ਸ਼ਿੰਗਾਰਨ ਦੇ ਲਈ ਤੁਸੀਂ ਹੋਰ ਵੱਖਰਾ ਕੀ ਕਰਦੇ ਹੋ? ਜਿਵੇਂ ਬੱਚਾ ਇੱਥੇ ਕਰੀ ਵੀ ਜਾ ਰਿਹਾ, ਕੋਈ ਟ੍ਰੇਨਿੰਗ ਵਗੈਰਾ ਕਿਸ ਤਰ੍ਹਾਂ ਦਿੰਦੇ ਹੋ ਤੁਸੀਂ? ਸੋ ਤੱਗੜ ਸਾਹਿਬ ਅਸੀਂ ਬੱਚੇ ਦਾ ਫਿਊਚਰ ਬ੍ਰਾਈਟ ਕਰਨ ਲਈ ਬੱਚੇ ਨੂੰ ਇੱਥੋਂ ਸਭ ਤੋਂ ਪਹਿਲਾਂ ਸ਼ੈਫ ਬੱਚੇ ਵੱਲ ਧਿਆਨ ਦਿੰਦਾ, ਮੋਟੀਵੇਟ ਸਟਾਰਟ ਉਹਨੂੰ ਕਰਦੇ ਕਟਿੰਗ ਦੇ ਵਿੱਚੋਂ, ਜਿਹਦੇ ਵਿੱਚ ਬੱਚੇ ਨੂੰ ਸਿਖਾਇਆ ਜਾਂਦਾ ਕਿ ਨਾਈਫ ਕਿੱਦਾਂ ਫੜਨਾ, ਸਾਰਾ ਕੁਝ ਕਿੱਦਾਂ ਫੜਨਾ। ਬੱਚਾ ਅਗਰ ਡੀਮੋਟੀਵੇਟ ਵੀ ਹੋ ਜਾਂਦਾ, ਸ਼ੈਫ ਤੇ ਪ੍ਰੋਪਰ ਮੇਰਾ ਜਿਹੜਾ ਸਟਾਫ ਹੈ ਉਹਨੂੰ ਮੋਟੀਵੇਟ ਕਰਦਾ ਕਿ ਆਪਾਂ ਇਸ ਨੂੰ ਹੋਰ ਬੈਟਰ ਕਿਵੇਂ ਕਰ ਸਕਦੇ ਆ। ਮੰਡੇ ਤੋਂ ਲੈ ਕੇ ਫਰਾਈਡੇ ਤੱਕ ਆਪਣੇ ਕੋਲ ਪ੍ਰੈਕਟਿਸ ਕਲਾਸ ਹੁੰਦੀ ਆ ਤੇ ਸੈਚਰਡੇ ਨੂੰ ਐਵਰੀ ਸੈਚਰਡੇ ਮੌਕ ਟੈਸਟ ਦਿੱਤਾ ਜਾਂਦਾ। ਉਹਦੇ ਵਿੱਚ ਸ਼ੈਫ ਉਹਨਾਂ ਨੂੰ ਕੁਝ ਨਹੀਂ ਦੱਸਦਾ, ਬੱਚੇ ਨੇ ਜਿਹੜੀਆਂ 5 ਡਿਸ਼ਿਸ ਹੈਗੀਆਂ ਉਹ ਸਾਰੀਆਂ ਉਹਦੇ ਵਿੱਚੋਂ ਬੱਚੇ ਨੂੰ 1 ਡਿਸ਼ ਦੇ ਦੇਣੀ ਆ। ਜੇਕਰ ਕਲਾਸ ਦੇ ਵਿੱਚ 10 ਜਾਣੇ ਆ, ਹਰੇਕ ਸਟੂਡੈਂਟ ਨੂੰ ਅਲੱਗ-ਅਲੱਗ ਡਿਸ਼ ਦੇ ਦੇਣੀ ਆ ਤਾਂ ਕਿ ਦੂਸਰਾ ਬੱਚਾ ਦੂਸਰੇ ਬੱਚੇ ਕੋਲ ਪੁੱਛ ਨਾ ਸਕੇ। ਉਹਦੇ ਵਿੱਚ ਬੱਚੇ ਦਾ ਕੌਨਫੀਡੈਂਸ ਲੈਵਲ ਅਪ ਹੁੰਦਾ, ਠੀਕ ਹੈ ਜੀ। ਤੇ ਦੂਸਰੀ ਗੱਲ ਸਰ, ਸਾਡੇ ਕੋਲ ਜਿਹੜਾ ਸਾਲ ਦਾ ਬੱਚਾ ਡਿਪਲੋਮਾ ਕਰਦਾ, ਅਸੀਂ ਉਹਨੂੰ ਵੱਖ-ਵੱਖ ਦੇਸ਼ਾਂ ਦੇ ਵਿੱਚ 5 ਸਟਾਰ ਹੋਟਲਾਂ ਦੇ ਵਿੱਚ ਲੈ ਕੇ ਜਾਂਦੇ ਆ। ਤਾਂ ਜਿਹੜੇ ਸਾਲ ਤੋਂ ਥੱਲੇ ਦਾ ਬੱਚਾ ਸਾਡੇ ਕੋਲ ਕੋਰਸ ਕਰਦਾ ਆ, ਉਹਨੂੰ ਅਸੀਂ ਇੰਟਰਨੈਸ਼ਨਲ ਲੈਵਲ ਦੀ ਜਗ੍ਹਾ ਤੇ ਨੈਸ਼ਨਲ ਲੈਵਲ ਦੇ ਜਿਹੜੇ ਇੰਡੀਅਨ ਦੇ 5 ਸਟਾਰ ਹੋਟਲਸ ਹੈਗੇ ਆ ਉਹਦੇ ਵਿੱਚ ਜਾ ਕੇ ਸਰਵੇ ਕਰਵਾਉਂਦੇ ਆ ਤੇ ਉਹਦੇ ਨਾਲ ਅਸੀਂ ਉਹਨਾਂ ਨੂੰ ਵੱਖ-ਵੱਖ ਸ਼ੈਫਾਂ ਦੇ ਨਾਲ ਮਿਲਾਉਂਦੇ ਆ ਤੇ ਵੱਖ-ਵੱਖ ਹੋਟਲ ਦਾ ਸਰਵੇ ਕਰਵਾਉਂਦੇ ਆ, ਜਿਹਦੇ ਨਾਲ ਉਹਨਾਂ ਦਾ ਉਤਸ਼ਾਹ ਵਧਦਾ, ਕੌਨਫੀਡੈਂਸ ਲੈਵਲ ਹੋਰ ਬੱਚੇ ਦਾ ਵਧਦਾ। ਸਰ ਮੈਨੂੰ ਇਹ ਗੱਲ ਦੱਸੋ, ਜਿਵੇਂ ਬੱਚਾ ਆਇਲਟਸ ਕਰ ਲੈਂਦਾ ਹੈਗਾ ਜਾਂ ਕੋਈ ਹੋਰ ਐਗਜ਼ਾਮ ਕਰਦਾ, ਕੋਈ ਪੇਪਰ ਵਗੈਰਾ ਵੀ ਹੁੰਦੇ, ਕੀ ਕੁਕਿੰਗ ਦੀਆਂ ਕਲਾਸਾਂ ਦੇ ਵਿੱਚ ਕੋਈ ਪੇਪਰ, ਕੋਈ ਐਗਜ਼ਾਮ ਹੁੰਦਾ ਜਾਂ ਇਹਦੇ ਵਿੱਚ ਜਿਹੜਾ ਤੁਸੀਂ ਸਰਟੀਫਿਕੇਟ ਦਿੰਦੇ ਹੋ ਉਹਦਾ ਕੀ ਸਿਸਟਮ ਹੈਗਾ? ਤੱਕੜ ਸਾਹਿਬ ਬਿਲਕੁਲ ਜੀ ਅਸੀਂ ਦਿੰਦੇ ਹਾਂ ਜੀ। ਜਿੱਦਾਂ ਬਾਕੀ ਅਗਰ ਬੱਚਾ ਆਇਲਸ ਕਰਦਾ, ਬੱਚਾ ਕਹਿੰਦਾ ਕਿ +2 ਤੋਂ ਬਾਅਦ ਮੈਂ ਕਾਮਰਸ, +2 ਦੇ ਵਿੱਚ ਮੈਂ ਕਾਮਰਸ ਕੀਤੀ ਹੈ, +2 ਤੋਂ ਬਾਅਦ ਮੈਂ ਆਹ ਡਿਗਰੀ ਆਉਂਦੀ ਆ, ਸੇਮ ਕੁਕਿੰਗ ਵੀ ਆਪਣੀ ਇਸ ਤਰ੍ਹਾਂ ਦੀ ਪੜ੍ਹਾਈ ਹੈਗੀ। ਇਹਦੇ ਵਿੱਚ ਵੀ ਪ੍ਰੈਕਟੀਕਲ ਕਲਾਸ ਅਲੱਗ ਹੁੰਦੀ ਹੈ, ਥਿਓਰੈਟੀਕਲੀ ਕਲਾਸ ਅਲੱਗ ਹੁੰਦੀ ਹੈ, ਥਿਊਰੀ ਦੀ ਅਲੱਗ ਅਸੈਸਮੈਂਟ ਹੁੰਦੀ ਹੈ, ਪ੍ਰੈਕਟੀਕਲ ਦੀ ਅਲੱਗ ਅਸੈਸਮੈਂਟ ਹੁੰਦੀ ਹੈ। 6 ਮੰਥ ਵਾਲੇ ਦੇ ਵੀ ਐਗਜ਼ਾਮ ਹੁੰਦੇ ਤੇ ਡਿਪਲੋਮੇ ਵਾਲੇ ਦੇ ਵੀ ਐਗਜ਼ਾਮ ਹੁੰਦੇ ਆ, ਠੀਕ ਹੈ ਜੀ। ਇਹਦੇ ਵਿੱਚ ਸੈਂਟਰ ਸਿਲੈਕਟ ਕੀਤੇ ਜਾਂਦੇ ਬੱਚਿਆਂ ਦੇ, ਉੱਥੇ ਜਾ ਕੇ ਐਗਜ਼ਾਮ ਪ੍ਰੋਪਰ ਹੋਣੇ ਥਿਓਰੈਟੀਕਲੀ ਤੇ ਪ੍ਰੈਕਟੀਕਲੀ ਇੱਥੇ ਜਾ ਕੇ ਸਰਵੇ ਹੋਣਾ ਆ। ਅਸੀਂ ਐਗਜ਼ਾਮ ਤੋਂ ਬਾਅਦ ਬੱਚੇ ਨੂੰ ਗਵਰਨਮੈਂਟ ਅਪਰੂਵਡ ਵਰਲਡ ਵਾਈਡ ਜਿਹੜਾ ਇੰਟਰਨੈਸ਼ਨਲ ਲੈਵਲ ਤੇ ਸਰਟੀਫਿਕੇਟ ਆ ਉਹ ਵੀ ਅਸੀਂ ਬੱਚੇ ਨੂੰ, ਜਿਹੜਾ ਸਾਲ ਵਾਲਾ ਡਿਪਲੋਮਾ ਸਾਡੇ ਕੋਲ ਲੈਂਦਾ ਤੇ 6 ਮਹੀਨੇ ਬਾਅਦ ਲੈਂਦਾ, ਅਸੀਂ ਉਹਨਾਂ ਨੂੰ ਉਹ ਪ੍ਰਾਪਤ ਕਰਕੇ ਦਿੰਦੇ ਆ। ਅਸੀਂ ਉਹਨਾਂ ਨੂੰ ਅਚੀਵਮੈਂਟਸ ਉਹਨਾਂ ਨੂੰ ਦਿੰਦੇ ਆ। ਬੱਚਾ ਮਤਲਬ ਕਿ ਇੱਥੋਂ ਸਾਡੇ ਕੋਲ ਖਾਲੀ ਹੱਥ ਆਇਆ, ਬਟ ਜਾਂਦੇ ਉਹ ਇੱਥੋਂ ਸਾਡੇ ਕੋਲ ਖਾਲੀ ਹੱਥ ਨਹੀਂ, ਬਹੁਤ ਕੁਝ ਲੈ ਕੇ ਜਾਵੇਗਾ। ਬਾਕੀ ਇੱਥੇ ਜਦੋਂ ਤੁਸੀਂ 1 ਸਾਲ ਦਾ ਕੋਰਸ ਕਰਦੇ ਆ, ਤੁਹਾਡੇ ਐਗਜ਼ਾਮ ਹੁੰਦੇ ਆ, ਤੁਹਾਡੀ ਟ੍ਰੇਨਿੰਗ ਹੁੰਦੀ ਆ, ਤੁਹਾਡੇ ਇੱਕ ਜਿਹੜਾ ਇੰਟਰਨੈਸ਼ਨਲ ਸਰਟੀਫਿਕੇਟ ਹੈਗਾ ਉਹ ਵੀ ਤੁਹਾਨੂੰ ਮਿਲਦਾ। ਤੁਸੀਂ ਉਹ ਸਰਟੀਫਿਕੇਟ ਨੂੰ ਲੈ ਕੇ
ਆਪਣੇ ਫਿਊਚਰ ਦੇ ਵਿੱਚ ਕਿਤੇ ਜੌਬ ਕਰਦੇ ਆ ਤੇ ਉਹ ਤੁਹਾਡੇ ਲਈ ਕਾਫੀ ਹੈਲਪਫੁਲ ਹੁੰਦਾ। ਬਾਈ ਜੀ ਇਹ ਗੱਲ ਦੱਸੋ ਮੈਨੂੰ, ਆਪਾਂ ਬਾਰ-ਬਾਰ ਕਹਿ ਰਹੇ ਹੋ ਜਿਨ੍ਹਾਂ ਨੇ ਬਾਹਰ ਜਾਣਾ ਕੀ ਇਹ ਇੰਟਰਨੈਸ਼ਨਲ ਜਿਹਨੀ ਕੰਟਰੀਆਂ ਦੇ ਵਿੱਚ ਜਾਣਾ ਉਹਨਾਂ ਲਈ ਕੁਕਿੰਗ ਕੋਰਸਸ ਹੁੰਦੇ ਆ, ਜਾਂ ਜਿਹੜੇ ਇੰਡੀਆ ਦੇ ਵਿੱਚ ਹੈਗੀਆਂ ਕੁੜੀਆਂ ਮੁੰਡੇ ਹੈਗੇ ਆ ਜਾਂ ਹਾਊਸ ਵਾਈਫ ਹੈਗੇ ਆ ਉਹਨਾਂ ਲਈ ਵੀ ਕੁਕਿੰਗ ਕੋਰਸ ਕੋਈ ਫਾਇਦਾ ਦਿੰਦਾ? ਬਿਲਕੁਲ ਤੱਗੜ ਸਾਹਿਬ, ਕਿਉਂ ਨਹੀਂ ਫਾਇਦਾ ਦਿੰਦਾ। ਪੰਜੇ ਉਂਗਲਾਂ ਤੱਗੜ ਸਾਹਿਬ ਬਰਾਬਰ ਨਹੀਂ ਹੁੰਦੀਆਂ, ਠੀਕ ਹੈ ਜੀ। ਹੁਣ ਹਰੇਕ ਘਰ ਦਾ ਜੀ ਬਾਹਰ ਨਹੀਂ ਜਾ ਸਕਦਾ, ਕਿਸੇ ਕੋਲ ਪੈਸੇ ਜ਼ਿਆਦਾ ਨਹੀਂ ਹੁੰਦੇ। ਸੋ ਇੱਥੇ ਵੀ ਬੱਚਾ ਰਹਿ ਕੇ ਆਪਣਾ, ਇਹਦੇ ਵਿੱਚ ਕੋਈ ਏਜ ਲਿਮਿਟ ਨਹੀਂ, ਇੱਥੇ ਵੀ ਬੱਚਾ ਰਹਿ ਕੇ, ਇੱਥੇ ਵੀ ਮੇਰੀ ਭੈਣਾਂ ਮੇਰੇ ਭਰਾ ਇੱਥੇ ਆਪਣਾ ਕੰਮ ਕਰ ਸਕਦੇ, ਸਾਡੇ ਕੋਲ ਆਣ 1 ਸਾਲ ਦਾ ਡਿਪਲੋਮਾ ਲੈਣ ਤੇ ਸਿੱਖ ਕੇ ਆਪਣਾ ਕੈਫੇ, ਆਪਣਾ ਰੈਸਟੋਰੈਂਟ, ਕਈਆਂ ਦਾ ਚਾਹ ਹੁੰਦਾ, ਕਈਆਂ ਦੀ ਹੌਬੀਜ਼ ਹੁੰਦੀਆਂ। ਵਿਆਹ ਤੋਂ ਪਹਿਲਾਂ ਮੇਰੀ ਭੈਣਾਂ ਦੀ ਹੌਬੀਜ਼ ਹੁੰਦੀਆਂ ਕਿ ਹਾਂ ਕਿ ਮੈਂ ਆਪਣਾ ਰੈਸਟੋਰੈਂਟ ਖੋਲ੍ਹਾਂ, ਆਪਣਾ ਕੈਫੇ ਖੋਲ੍ਹਾਂ, ਮੈਂ ਵੀ ਆਪਣੇ ਹਸਬੈਂਡ ਦੇ ਮੋਢੇ ਨਾਲ ਮੋਢਾ ਲਾ ਕੇ ਉਹਦੀ ਹੈਲਪ ਕਰਾਂ। ਸੋ ਮੇਰੀਆਂ ਭੈਣਾਂ ਅੱਜ ਉਹਨਾਂ ਦਾ ਮੈਂ ਸੁਪਨਾ ਸਾਕਾਰ ਕਰਾਂਗਾ, ਮੇਰੇ ਕੋਲ ਆਣ, ਉਹ 1 ਸਾਲ ਦਾ ਡਿਪਲੋਮਾ ਕਰਨ, ਇੱਥੇ ਜਾ ਕੇ 1 ਸਾਲ ਦੇ ਡਿਪਲੋਮਾ ਕਰਕੇ ਇੰਨੇ ਜੋਗਾ ਕਰ ਦਾਂਗਾ ਕਿ ਉਹ ਆਪਣਾ ਰੈਸਟੋਰੈਂਟ ਤੇ ਆਪਣਾ ਉਹ ਕੈਫੇ ਖੋਲ੍ਹ ਸਕਣ, ਤੇ ਤਾਂ ਕਿ ਉਹ ਆਪਣੇ ਹਸਬੈਂਡ ਦੇ ਨਾਲ ਮੋਢਾ ਜੋੜ ਕੇ ਕੰਮ ਕਰ ਸਕਣ, ਤਾਂ ਕਿ ਆਮਦਨ ਸੋਰਸ ਵੀ ਡਬਲ ਹੋ ਸਕੇ। ਸਰ ਇਹ ਵੀ ਮੈਨੂੰ ਦੱਸੋ ਵੀ ਜਿਹੜੀ ਕਲਾਸ ਹੈਗੀ ਹੈ ਨਾ, ਕਲਾਸ ਦਾ ਕੀ ਟਾਈਮਿੰਗ ਹੁੰਦਾ? ਕਈ ਵਾਰ ਦਿੱਕਤ ਆ ਜਾਂਦੀ, ਕੋਈ ਬੰਦਾ ਕਹਿੰਦਾ ਵੀ ਆਪਾਂ ਸਵੇਰੇ ਕਲਾਸ ਲਾ ਸਕਦੇ ਆ ਨਾ, ਕੋਈ ਕਿਸੇ ਨੇ ਜੌਬ ਕਰਨੀ ਹੁੰਦੀ, ਕੋਈ ਕਹਿੰਦਾ ਸ਼ਾਮ ਨੂੰ ਕਰ ਸਕਦੇ ਆ। ਸੋ ਟਾਈਮ ਕੀ ਹੈਗਾ, ਸ਼ਡਿਊਲ ਹੈਗਾ ਕਲਾਸ ਦਾ? ਸੋ ਤੱਗੜ ਸਾਹਿਬ ਅਸੀਂ ਟਾਈਮ ਦਾ ਸ਼ਡਿਊਲ ਸਾਰਿਆਂ ਨੂੰ ਦੇਖ ਕੇ ਉਸ ਹਿਸਾਬ ਨਾਲ ਐਡਜਸਟ ਕੀਤਾ ਹੈ। ਕਈ ਬੱਚੇ ਸਾਡੇ ਕੋਲ ਸਟੂਡੈਂਟ ਨਹੀਂ ਆਉਂਦੇ, ਕਈ ਸਾਡੇ ਕੋਲ ਜੌਬਾਂ ਵਾਲੇ ਵੀ ਆਉਂਦੇ ਆ। ਕਈ ਹੁਣ ਭੈਣਾਂ ਹੁੰਦੀਆਂ ਕਿ 2 ਵਜੇ ਤੋਂ ਬਾਅਦ ਬੱਚੇ ਨੂੰ ਲੈ ਕੇ ਆਉਣਾ, ਉਸ ਤੋਂ ਬਾਅਦ 3 ਵਜੇ ਤੋਂ ਲੈ ਕੇ ਜੀ ਅਸੀਂ 6 ਵਜੇ ਤੱਕ ਫ੍ਰੀ ਆ, ਠੀਕ ਹੈ ਜੀ। ਅਸੀਂ ਉਸ ਟਾਈਮ, ਸੋ ਸਾਡਾ ਆਫਿਸ ਸਵੇਰੇ 8 ਵਜੇ ਤੋਂ ਲੈ ਕੇ 6:30 ਵਜੇ ਤੱਕ ਖੁੱਲ੍ਹ ਜਾਂਦਾ, ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਦੇ 6 ਵਜੇ ਤੱਕ ਕੰਟੀਨਿਊਸਲੀ ਕਲਾਸਾਂ ਚੱਲਦੀਆਂ ਰਹਿੰਦੀਆਂ। ਸੋ ਕੋਈ ਵੀ ਬੱਚਾ ਮਾਰਨਿੰਗ ਦਾ ਬੈਚ ਵੀ ਲੈ ਸਕਦਾ, ਆਫਟਰਨੂਨ ਬੈਚ ਵੀ ਲੈ ਸਕਦਾ ਤੇ ਈਵਨਿੰਗ ਬੈਚ ਵੀ ਲੈ ਸਕਦਾ। ਉਹਦੇ ਵਿੱਚ ਇਹਨੂੰ ਬੱਚੇ ਨੂੰ ਕੋਈ ਵੀ ਪ੍ਰੋਬਲਮ ਨਹੀਂ ਹੋਵੇਗੀ। ਬਹੁਤ ਸਾਰੀਆਂ ਗੱਲਾਂ ਤੁਹਾਡੇ ਮਨਾਂ ਦੀਆਂ ਸੀਗੀਆਂ, ਆਪਾਂ ਕਲੀਅਰ ਕਰ ਰਹੇ ਹਾਂ। ਤੁਸੀਂ ਬਾਹਰਲੇ ਮੁਲਕਾਂ ਜਾਣਾ ਤਾਂ ਵੀ, ਜੇ ਤੁਸੀਂ ਇੰਡੀਆ ਦੇ ਵਿੱਚ ਹੈਗੇ ਨਾ, ਤੁਹਾਡੇ ਲਈ ਵੀ ਇਹ ਬਹੁਤ ਵਧੀਆ ਜਿਹੜਾ ਕੁਕਿੰਗ ਕੋਰਸ ਹੈਗਾ, ਤੁਸੀਂ ਆਪਣੇ ਆਪ ਦਾ ਬਿਜ਼ਨਸ ਜਿਹੜਾ ਸੈਟਲ ਕਰਨਾ ਹੈਗਾ। ਸਰ ਇੱਕ ਗੱਲ ਹੋਰ ਦੱਸੋ, ਬਹੁਤ ਸਾਰੇ ਇੰਸਟੀਚਿਊਟ ਮੈਂ ਦੇਖਿਆ ਹੈਗਾ, ਕੋਈ ਤਾਂ ਹੋਟਲ ਮੈਨੇਜਮੈਂਟ ਦੀ ਸਾਲ ਦੀ 3 ਲੱਖ ਰੁਪਈਆ ਫੀਸ ਲੈ ਰਿਹਾ, ਕੋਈ ਸਾਲ ਦਾ 2.5 ਲੱਖ ਲੈ ਰਿਹਾ ਨਾ। ਜੇ ਆਪਾਂ ਮੰਥਲੀ ਵੀ ਗੱਲ ਕਰੀਏ, ਕੋਈ 25,000 ਰੁਪਈਆ ਲੈ ਰਿਹਾ ਫੀਸ, ਕੋਈ 35,000 ਰੁਪਈਆ ਲੈ ਰਿਹਾ। ਹੁਣ ਮਸਲਾ ਫੀਸ ਦਾ ਵੀ ਆਉਂਦਾ, ਤੁਸੀਂ ਇੰਨੀਆਂ ਫੈਸਿਲਿਟੀਜ਼ਾਂ ਗਣਾਤੀਆਂ ਵੀ ਤੁਸੀਂ ਨੈਸ਼ਨਲ ਲੈ ਕੇ ਜਾਓਗੇ, 5 ਸਟਾਰ ਇੰਟਰਨੈਸ਼ਨਲ ਵੀ ਲੈ ਕੇ ਜਾਓਗੇ, ਤੁਸੀਂ ਮੌਕ ਟੈਸਟ ਵੀ ਕਰਾਉਣੇ ਹੋ, ਤੁਸੀਂ ਵਧੀਆ ਤਰੀਕੇ ਨਾਲ ਬੱਚਿਆਂ ਦੀ ਸਟੱਡੀ ਦਾ ਧਿਆਨ ਵੀ ਰੱਖ ਰਹੇ ਆ ਨਾ। ਫੀਸ ਕਿੰਨੀ ਹੈਗੀ ਆ? ਮਸਲਾ ਤਾਂ ਫੀਸ ਹੁੰਦਾ ਵੀ ਕਿੰਨੇ ਕੁ ਬੱਚਿਆਂ ਨੂੰ ਪੈਸੇ ਲਾਉਣੇ ਪਊਗੇ, ਸਾਲ ਦੇ ਕਿੰਨੇ ਪੈਸੇ ਤੁਸੀਂ ਚਾਰਜ ਕਰਦੇ ਹੋ? ਜੇ ਮੰਥਲੀ ਗੱਲ ਕਰੀ ਤਾਂ ਮੰਥਲੀ ਕਿੰਨੇ ਚਾਰਜ ਕਰਦੇ ਹੋ? ਸੋ ਤੱਗੜ ਸਾਹਿਬ ਤੁਸੀਂ ਬਿਲਕੁਲ ਸਹੀ ਗੱਲ ਕਹੀ ਕਿ ਬੱਚਾ 3 ਲੱਖ ਵੀ ਦਿੰਦਾ ਆ ਸਾਲ ਦਾ, ਬੱਚਾ 2 ਲੱਖ ਵੀ ਦਿੰਦਾ ਆ, ਮਹੀਨੇ ਦਾ 35,000 ਵੀ ਦਿੰਦਾ। ਸੋ ਉੱਥੇ ਇੰਨੀਆਂ ਫੀਸਾਂ ਤੱਗੜ ਸਾਹਿਬ ਭਰਨ ਦੇ ਬਾਵਜੂਦ ਵੀ ਉਹਨਾਂ ਬੱਚਿਆਂ ਵੱਲ ਧਿਆਨ ਨਹੀਂ ਦਿੱਤਾ ਜਾਂਦਾ। ਬੱਚਾ ਸਾਲ ਬਾਅਦ ਵੀ ਇੰਨੀਆਂ ਫੀਸਾਂ ਦੇਖ ਕੇ ਬੱਚਾ ਖਾਲੀ ਦਾ ਖਾਲੀ ਹੀ ਰਹਿ ਜਾਂਦਾ। ਸੋ ਤੱਗੜ ਸਾਹਿਬ ਗੱਲ ਕਰੀਏ ਫੀਸ ਦੀ, ਅਸੀਂ ਉੱਦਾਂ ਸਾਲ ਦੀ ਸਰ ਡਿਪਲੋਮੇ ਦੀ ਫੀਸ ਲੈਂਦੇ ਆ 80,000 ਰੁਪਈਆ, ਠੀਕ ਹੈ ਜੀ। ਤੇ ਰਾਈਟ ਨਾਓ ਸਰ ਤੱਗੜ ਸਾਹਿਬ ਮੈਂ ਦੀਵਾਲੀ ਆਫਰ ਲੈ ਕੇ ਆਇਆ ਆ, ਜਿਹੜਾ 50% ਮੈਂ ਆਫ ਦੇ ਰਿਹਾ ਆ, 50% ਆਫ। ਤੱਗੜ ਸਾਹਿਬ ਤੁਸੀਂ ਬਿਲਕੁਲ ਸਹੀ ਸੁਣਿਆ ਜੀ, 50% ਮੈਂ ਆਫ ਦੇ ਰਿਹਾ ਆ। ਜਿਹੜੀ 80,000 ਫੀਸ ਸੀਗੀ ਉਹ ਮੈਂ 40,000 ਦੀਵਾਲੀ ਤੱਕ ਆਫਰ ਦੇ ਰਿਹਾ। ਮਤਲਬ ਕਿ ਮਹੀਨੇ ਨਾਲ ਅਗਰ ਆਪਾਂ ਹਿਸਾਬ ਕਰੀਏ 3,333 ਰੁਪਏ ਮਹੀਨੇ ਦੇ ਮੈਂ ਫੀਸ ਬੱਚੇ ਨੂੰ ਦੇ ਰਿਹਾ। ਮੇਰੇ ਕੋਲ ਆ ਕੇ ਬੱਚਾ ਜਿੱਥੋਂ ਮਰਜ਼ੀ ਪੰਜਾਬ ਤੋਂ ਬਾਹਰੋਂ ਆ ਕੇ ਮੇਰੇ ਕੋਲ ਇੱਥੋਂ ਆ ਕੇ ਦਾਖਲਾ ਲੈ ਸਕਦਾ। ਦੀਵਾਲੀ ਤੱਕ ਇਹ ਆਫਰ ਹੋਊਗੀ। ਤੇ ਨਾਲ ਦੀ ਨਾਲ ਮੈਂ 50% ਦੇ ਨਾਲ 3,333 ਰੁਪਏ ਮਹੀਨੇ ਦੇ ਨਾਲ ਪਲੱਸ ਸਪੋਕਨ ਦੀ ਕਲਾਸ ਵੀ ਬੱਚੇ ਨੂੰ ਫ੍ਰੀ ਦੇ ਰਿਹਾ। ਉਹ ਕਿਉਂਕਿ ਬੱਚਾ ਜੇਕਰ ਬਾਹਰ ਜਾਂਦਾ ਆ, ਉਹਨੂੰ ਇੰਗਲਿਸ਼ ਦੇ ਵਿੱਚ ਕੋਲੀ ਬੋਲਣ ਦੇ ਵਿੱਚ, ਡਿਸ਼ ਬੋਲਣ ਦੇ ਵਿੱਚ ਬੱਚੇ ਨੂੰ ਕੋਈ ਪ੍ਰੋਬਲਮ ਨਾ ਆਵੇ, ਠੀਕ ਹੈ ਜੀ। ਸੋ ਉਹਦੇ ਨਾਲ ਮੈਂ ਉਹਨਾਂ ਨੂੰ ਸਪੋਕਨ ਦੀਆਂ ਕਲਾਸਿਸ ਵੀ ਫ੍ਰੀ ਦੇ ਰਿਹਾ। ਤੇ ਹੋਰ ਕੀ ਹੋਰ, ਮੈਂ ਇਸ ਫੀਸ ਦੇ ਵਿੱਚ ਬੱਚਾ ਮੇਰੇ ਕੋਲ ਖਾਲੀ ਹੱਥ ਆਵੇਗਾ, ਮੈਂ ਉਹਨੂੰ ਨਾਈਫ ਕਿੱਟ ਵਗੈਰਾ, ਜੋ ਬੱਚੇ ਦੀ ਡਰੈਸ ਕੋਡ ਹੈਗਾ, ਸ਼ੈਫ ਕੋਟ ਵਗੈਰਾ, ਐਪਰਨ ਵਗੈਰਾ, ਪੂਰੀ ਨਾਈਫ ਕਿੱਟ, ਸਾਰਾ ਕੁਝ ਬੱਚੇ ਨੂੰ ਇਨਕਲੂਡਡ ਇਸ ਫੀਸ ਦੇ ਵਿੱਚ ਦਵਾਂਗਾ, ਸਿਰਫ ਦੀਵਾਲੀ ਆਫਰ ਤੱਕ। ਸੋ ਬਾਕੀ ਇਹ ਤਾਂ ਬਹੁਤ ਵਧੀਆ ਤਰੀਕੇ ਨਾਲ ਜਿਹੜੀ ਸਟੂਡੈਂਟਸ ਦੀ ਸਪੋਰਟ ਕਰ ਰਹੇ ਹੈਗੇ ਆ। ਤੁਸੀਂ ਸਹੀ ਸੁਣਿਆ ਹੈਗਾ। ਵੈਸੇ ਸਾਲਾਨਾ ਫੀਸ ਹੈਗੀ 80,000 ਰੁਪਏ, ਪਰ ਦੀਵਾਲੀ ਦੀ ਆਫਰ ਹੈਗੀ ਆ। ਤੁਸੀਂ ਵੱਧ ਤੋਂ ਵੱਧ ਇੱਥੇ ਜੁਆਇਨ ਕਰ ਲਓ। ਸਿਰਫ ਤੁਹਾਡਾ ਇਹਨਾਂ ਦਿਨਾਂ ਦੇ ਵਿੱਚ 50% ਆਫ, ਮਤਲਬ 40,000 ਰੁਪਏ ਦਾ ਫਾਇਦਾ ਹੈਗਾ। ਮੰਥਲੀ 3,333, ਰੋਜ਼ਾਨਾ ਗੱਲ ਕਰ ਲਈ ਤਾਂ 100 ਰੁਪਈਆ ਤੁਹਾਡੀ ਇੱਕ ਦਿਨ ਦੀ ਫੀਸ ਬਣਦੀ ਹੈਗੀ ਆ। ਪਰ ਇਹਦੇ ਨਾਲ ਗੱਲ ਇਹ ਆ, ਕੁਕਿੰਗ ਕੋਰਸ ਦੇ ਨਾਲ ਤੁਹਾਨੂੰ ਸਪੋਕਨ ਇੰਗਲਿਸ਼ ਦੀ ਕਲਾਸ ਬਿਲਕੁਲ ਫ੍ਰੀ ਮਿਲ ਰਹੀ ਹੈਗੀ ਆ। ਸੋ ਬੜਾ ਜਾਇਜ਼ ਜਿਹੜਾ
ਕਹਿ ਸਕਦੇ ਹਾਂ ਤੁਹਾਡੀ ਫੀਸ ਹੈਗੀ ਆ ਇੰਨੇ ਘੱਟ ਪੈਸਿਆਂ ਦੇ ਵਿੱਚ ਤੁਸੀਂ ਆਪਣੀ ਜ਼ਿੰਦਗੀ ਨੂੰ, ਆਪਣੀ ਲਾਈਫ ਨੂੰ, ਆਪਣੇ ਫਿਊਚਰ ਨੂੰ ਵਧੀਆ ਬਣਾ ਸਕਦੇ ਆ, ਸੇਫ ਬਣਾ ਸਕਦੇ ਆ। ਤੁਹਾਨੂੰ ਕਿਤੇ ਭਟਕਣਾ ਨਹੀਂ ਪੈਣਾ, ਤੁਹਾਨੂੰ ਕਿਸੇ ਦੇ ਦਰਵਾਜ਼ੇ ਨਹੀਂ ਖੜਕਾਉਣੇ ਪੈਣੇ। ਤੁਹਾਡੇ ਹੱਥ ਇੰਟਰਨੈਸ਼ਨਲ ਸਰਟੀਫਿਕੇਟ ਹੋਣਾ, ਉਹ ਸਰਟੀਫਿਕੇਟ ਲੈ ਕੇ ਭਾਵੇਂ ਤੁਸੀਂ ਦੁਬਈ ਚਲ ਜਾਓ, ਭਾਵੇਂ ਤੁਸੀਂ ਇੰਗਲੈਂਡ ਚਲ ਜਾਓ, ਕੈਨੇਡਾ ਚਲ ਜਾਓ, ਅਮਰੀਕਾ ਚਲ ਜਾਓ, ਯੂਰਪ ਚਲ ਜਾਓ, ਨਿਊਜ਼ੀਲੈਂਡ, ਆਸਟ੍ਰੇਲੀਆ, ਉਸ ਸਰਟੀਫਿਕੇਟ ਦੀ ਪੂਰੀ ਵੈਲਿਊ ਪੈਣੀ ਆ ਤੇ ਤੁਸੀਂ ਆਪਣੇ ਵਧੀਆ ਜੌਬ ਕਰਕੇ ਆਪਣੇ ਵਧੀਆ ਪੈਸੇ ਬਣਾ ਸਕਦੇ ਆ, ਆਪਣੇ ਫਿਊਚਰ ਨੂੰ ਵਧੀਆ ਬਣਾ ਸਕਦੇ ਆ। ਸੋ ਵਾਈਟ ਸਟੋਨ ਜਿਹੜਾ ਇੰਸਟੀਚਿਊਟ ਹੈਗਾ ਇਹ ਬਿਲਕੁਲ ਫਗਵਾੜਾ ਸ਼ਹਿਰ 'ਚ ਬੱਸ ਸਟੈਂਡ ਦੇ ਆਪੋਜ਼ਿਟ ਹੈਗਾ। ਪ੍ਰੋਪਰ ਜਿਹੜਾ ਐਡਰੈਸ ਤੁਹਾਡੀ ਸਕਰੀਨ ਤੇ ਆ ਰਿਹਾ, ਟੈਲੀਫੋਨ ਨੰਬਰ ਵੀ ਆ ਰਿਹਾ, ਤੁਸੀਂ ਇਹਨਾਂ ਨੰਬਰਾਂ ਤੇ ਫੋਨ ਕਰ ਸਕਦੇ ਆ। ਸਰ ਮੈਂ ਇੱਕ ਰਿਕੁਐਸਟ ਕਰੂੰਗਾ ਵੀ ਤੁਸੀਂ ਕਾਫੀ ਵਧੀਆ ਡੀਲਸ ਦੇਤੀਆਂ ਨਾ, ਮੈਨੂੰ ਲੱਗਦਾ ਨਹੀਂ ਪੂਰੇ ਪੰਜਾਬ ਭਰ ਵਿੱਚ ਇਦਾਂ ਦੀਆਂ ਡੀਲਸ ਖਾਸ ਤੌਰ ਤੇ ਕੁਕਿੰਗ ਕੋਰਸ ਦੇ ਵਿੱਚ ਕਿਸੇ ਨੇ ਦਿੱਤੀਆਂ ਹੋਣੀਆਂ। ਮੈਂ ਚਾਹੁੰਦਾ ਮੈਂ ਕਿਚਨ ਦੇਖਣੀ ਚਾਹੁੰਦਾ, ਜਿਹੜੇ ਤੁਹਾਡੇ ਸਟੂਡੈਂਟ ਹੈਗੇ ਆ ਉਹਨਾਂ ਨਾਲ ਗੱਲਬਾਤ ਕਰਨੀ ਚਾਹੁੰਦਾ ਤਾਂ ਕਿ ਥੋੜਾ ਜਿਹਾ ਹੋਰ ਆਈਡੀਆ ਸਾਡੇ ਜਿਹੜੇ ਦਰਸ਼ਕ ਉਹਨਾਂ ਨੂੰ ਹੋ ਜਾਵੇ ਵੀ ਕਿਸ ਤਰ੍ਹਾਂ ਤੁਸੀਂ ਕੰਮ ਕਰਾਉਂਦੇ ਹੋ, ਕਿੱਦਾਂ ਪੜ੍ਹਾਉਂਦੇ ਹੋ, ਕਿੱਦਾਂ ਦੇ ਜਿਹੜੇ ਉਹਨਾਂ ਦੇ ਵਿਊਜ਼ ਹੈਗੇ ਆ ਤੁਹਾਡੇ ਸਟੂਡੈਂਟਸ ਦੇ। ਬਿਲਕੁਲ ਤੱਕਰ ਸਾਹਿਬ, ਚਲੋ ਤੁਹਾਨੂੰ ਮੈਂ ਕਿਚਨ ਵੱਲ ਲੈ ਕੇ ਚੱਲਣਾ ਤੇ ਤੁਸੀਂ ਆਪ ਹੀ ਦੇਖੋ ਕਿ ਜੋਕਰ ਅਸੀਂ ਕਹਿ ਰਹੇ ਹਾਂ ਕਿ ਔਨ ਦੀ ਕੈਮਰਾ ਕਹਿ ਰਹੇ ਹਾਂ ਤੇ ਬੈਕ ਤੇ ਵੀ ਉਹ ਚੀਜ਼ਾਂ ਹੈਗੀਆਂ, ਤੁਸੀਂ ਆਪ ਹੀ ਦੇਖੋ। ਆਓ ਜੀ ਹੁਣ ਮੇਨ ਗੱਲ ਤਾਂ ਇਹ ਹੁੰਦੀ ਹੈ ਜਦੋਂ ਜਿਹੜੀ ਸੱਚਾਈ ਹੁੰਦੀ ਹੈ ਨਾ ਤੁਹਾਡੇ ਅੱਖਾਂ ਮੂਹਰੇ ਆ ਜਾਵੇ, ਤੁਹਾਨੂੰ ਅਸੀਂ ਰਿਐਲਿਟੀ ਵੀ ਦਿਖਾਉਂਦੇ ਹਾਂ ਵੀ ਕਿੱਦਾਂ ਕਲਾਸ ਦੇ ਵਿੱਚ ਕੰਮ ਕਰਾਇਆ ਜਾ ਰਿਹਾ, ਕਿੱਦਾਂ ਬੱਚਿਆਂ ਨੂੰ ਪੜ੍ਹਾਇਆ ਜਾ ਰਿਹਾ ਤੇ ਕਿੱਦਾਂ ਦੇ ਬੱਚਿਆਂ ਦੇ ਰਿਵਿਊਜ਼ ਹੈਗੇ, ਬੱਚਿਆਂ ਦਾ ਕੀ ਕਹਿਣਾ ਉਹ ਵੀ ਆਪਾਂ ਤੁਹਾਨੂੰ ਸੁਣਾਉਂਦੇ ਹਾਂ। ਆਓ ਆਪਾਂ ਚੱਲੀਏ। ਸੋ ਲਓ ਜੀ ਹੁਣ ਅਸੀਂ ਫਾਈਨਲੀ ਪਹੁੰਚ ਚੁੱਕੇ ਹਾਂ ਵਾਈਟ ਸਟੋਨ ਦੇ ਵਿੱਚ, ਕੁਕਿੰਗ ਕਲਾਸਿਸ ਲੱਗ ਰਹੀ ਹੈ, ਇਹ ਵੀ ਆਪਾਂ ਦੇਖਦੇ ਹਾਂ। ਸਰ ਕੀ ਸਿਖਾਇਆ ਜਾ ਰਿਹਾ ਅੱਜ? ਸਰ ਅੱਜ ਆਪਣੇ ਕੋਲ ਕਬਾਬ ਸਿਖਾਏ ਜਾ ਰਹੇ ਆ, ਇਧਰ ਬੱਚੇ ਚੌਪਿੰਗ ਕਰ ਰਹੇ ਆ ਤੇ ਰਾਈਟ ਤੋਂ ਬੱਚੇ ਤੁਸੀਂ ਦੇਖ ਲਓ ਹਰੇਕ ਕੋਈ ਬੱਚਾ ਆਪਣੇ ਆਪਣੇ ਕੰਮ ਦੇ ਵਿੱਚ ਬਿਜ਼ੀ ਆ, ਠੀਕ ਹੈ ਜੀ। ਸੋ ਬੱਚਿਆਂ ਦੀ ਤੁਸੀਂ ਰਾਏ ਲੈ ਸਕਦੇ ਹੋ ਕਿ ਬੱਚੇ ਕਿਵੇਂ ਦਾ ਲੱਗ ਰਿਹਾ। ਲਾਈਵ ਕਲਾਸਿਸ ਤੁਹਾਡੇ ਮੂਹਰੇ ਚੱਲ ਰਹੀਆਂ ਜੋ ਹੁਣ ਆਪਾਂ ਬਾਕੀ ਬੱਚਿਆਂ ਦੀ ਗੱਲ ਕਰ ਲੈਂਦੇ ਹਾਂ ਨਾ। ਹਾਂਜੀ ਹਾਂਜੀ ਮੈਡਮ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਇੱਥੇ ਜੁਆਇਨ ਕੀਤਿਆਂ ਨੂੰ? ਮੈਨੂੰ 2 ਮਹੀਨੇ ਹੋ ਗਏ ਇੱਥੇ ਜੁਆਇਨ ਕੀਤਾ। 2 ਮਹੀਨੇ ਦੇ ਵਿੱਚ ਕਿੰਨਾ ਕੁਝ ਸਿੱਖ ਚੁੱਕੇ ਹੋ ਤੁਸੀਂ? 2 ਮਹੀਨੇ ਵਿੱਚ ਆਪਾਂ ਕਾਫੀ ਕੁਝ ਸਿੱਖ ਚੁੱਕੇ ਹਾਂ, ਕਾਫੀ ਕੁਜ਼ੀਨਸ, ਕਾਫੀ ਰੈਸਿਪੀਜ਼ ਆ ਚੁੱਕੀਆਂ ਹੈ ਜੋ ਕਿ ਸਾਨੂੰ ਘਰ ਨਹੀਂ ਆਉਂਦਾ ਸੀਗਾ। ਕਾਫੀ ਹੱਥ ਖੁੱਲ ਗਿਆ ਕੁਕਿੰਗ ਦੇ ਵਿੱਚ ਸਾਡਾ। ਇਸ ਵੇਲੇ ਕੀ ਬਣਾ ਰਹੇ ਤੁਸੀਂ? ਇਸ ਵੇਲੇ ਮੈਂ ਨਾਨ ਬਣਾ ਰਹੀ ਹਾਂ, ਇਧਰ ਲੱਛਾ ਪਰਾਂਠਾ ਤੇ ਇਧਰ ਸਟਫਡ ਨਾਨ ਹੈ। ਸੋ ਪਹਿਲਾਂ ਤੁਹਾਨੂੰ ਆਉਂਦਾ ਸੀ ਇਹ ਸਾਰਾ ਕੁਝ ਬਣਾਉਣਾ ਕਿ ਨਹੀਂ ਆਉਂਦਾ ਸੀ? ਪਹਿਲਾਂ ਸਾਨੂੰ ਬਿਲਕੁਲ ਨਹੀਂ ਪਤਾ ਸੀਗਾ ਕਿ ਕਿਹੜਾ ਨਾਨ ਕਿੱਦਾਂ ਬਣਦਾ ਹੈ, ਕਿੰਨੀ ਟਾਈਮ ਲਈ ਬਣਦਾ ਹੈ, ਕਿੰਨੇ ਤੰਦੂਰ 'ਚ ਕਿੱਦਾਂ ਰੱਖਿਆ ਜਾਂਦਾ, ਸਾਰਾ ਕੁਝ ਇੱਥੇ ਆ ਕੇ ਪਤਾ ਲੱਗਿਆ। ਵੈਸੇ ਕੀ ਫਿਊਚਰ ਪਲਾਨ ਕੀ ਹੈ ਤੁਹਾਡਾ? ਕੋਈ ਬੱਚਾ ਕਹਿੰਦਾ +2 ਕਰਕੇ ਪਾਇਲਟਸ ਕਰਨੀ ਆ, ਕੋਈ ਕਹਿੰਦਾ ਆਪਾਂ ਕੋਈ ਹੋਰ ਕੋਰਸਸ ਕਰਨਾ, ਕੋਈ ਕਹਿੰਦਾ ਅਸੀਂ ਤਾਂ ਕੈਨੇਡਾ ਹੁਣੇ ਹੀ ਚੱਲ ਜਾਣਾ, ਪਰ ਤੁਸੀਂ ਇਹ ਕਲਾਸਿਸ ਲੈ ਰਹੇ ਹੋ, ਕੀ ਪਲਾਨ ਹੈਗਾ, ਕੀ ਸੋਚ ਸੀਗੀ ਤੁਹਾਡੀ? ਹਾਂਜੀ, ਅਸੀਂ ਚਾਹੁੰਦੇ ਸੀਗੇ ਕਿ ਬਾਹਰ ਜਾਣ ਲੱਗੇ ਕਈ ਜੌਬਸ ਵਿੱਚ ਫਸ ਜਾਂਦੇ, ਕਈਆਂ ਨੂੰ ਜੌਬਸ ਨਹੀਂ ਮਿਲਦੀ, ਪਰ ਇੱਕ ਬੰਦੇ ਕੋਲ ਹੱਥ 'ਚ ਸਕਿੱਲਸ ਹੋਣ ਤਾਂ ਜੌਬਸ ਲਈ ਔਖਾ ਨਹੀਂ ਹੁੰਦਾ। ਬਸ ਉਸੇ ਕਰਕੇ ਤੇ ਮੇਰਾ ਇੰਟਰਸਟ ਵੀ ਕਾਫੀ ਸੀਗਾ ਕੁਕਿੰਗ 'ਚ, ਤਾਂ ਕਰਕੇ ਮੈਂ ਕੁਕਿੰਗ ਕਲਾਸਿਸ ਜੁਆਇਨ ਕੀਤੀਆਂ ਇੱਥੇ। ਸੋ ਬਾਕੀ ਹਰ ਕੋਈ ਚਾਹੁੰਦਾ ਵੀ ਸਾਡੇ ਕੋਲ ਸਕਿੱਲ ਹੋਵੇ ਤਾਂ ਅਸੀਂ ਕਰ ਸਕੀਏ। ਸੋ ਭਾਈ ਤੁਹਾਨੂੰ ਕਿੰਨਾ ਟਾਈਮ ਹੋ ਗਿਆ ਇੱਥੇ ਜੁਆਇਨ ਕੀਤਿਆਂ ਨੂੰ? ਸਰ ਮੈਨੂੰ ਹੋ ਗਿਆ 2 ਮਹੀਨੇ ਜੁਆਇਨ ਕੀਤੇ ਨੂੰ ਤੇ ਮੈਂ ਵੀਪੀ ਰੋੜਕਾ ਕਲਾਂ ਤੋਂ ਆਉਣਾ ਇੱਥੇ ਤੇ ਇਸ ਲਈ ਪਹਿਲਾਂ ਇਹਦੇ ਬਾਰੇ ਕੋਈ ਵਾਲੀ ਨੌਲੇਜ ਨਹੀਂ ਸੀਗੀ, ਥੋੜੀ ਬਹੁਤੀ ਨੌਲੇਜ। ਮੈਨੂੰ ਇਹ ਦੱਸੋ ਜਿਹੜੀ ਇਹ ਕਲਾਸ ਲੱਗ ਰਹੀ ਹੈ ਕਿੱਦਾਂ ਸਿਖਾਇਆ ਜਾ ਰਿਹਾ, ਕਿੱਦਾਂ ਧਿਆਨ ਰੱਖਿਆ ਜਾਂਦਾ, ਕਿਉਂਕਿ ਇੱਕ ਅਹਿਮ ਘੜੀ ਹੁੰਦੀ, ਤੁਸੀਂ ਜਿਹੜੇ ਇੱਥੇ 3-4 ਘੰਟੇ ਦੀ ਕਲਾਸ ਲਾਉਂਦੇ ਹੋ, ਕਿੰਨਾ ਕੁ ਵਧੀਆ ਤਰੀਕੇ ਨਾਲ ਸਿਖਾਇਆ ਜਾ ਰਿਹਾ? 2 ਮਹੀਨੇ ਹੋ ਗਏ ਤੁਹਾਨੂੰ, ਕੀ ਕੁਝ ਹੁਣ ਤੱਕ ਸਿੱਖਿਆ ਤੁਸੀਂ? ਸਰ ਮੈਂ 2 ਮਹੀਨੇ ਹੋ ਗਏ ਮੈਨੂੰ ਆਉਂਦੇ ਨੂੰ ਤੇ ਮੈਂ ਇੱਥੇ ਸਿੱਖਿਆ ਜਿੱਦਾਂ ਚੌਪਿੰਗ ਕਰਨੀ ਵੀ ਸਿੱਖੀ ਹੈ, ਜਿੱਦਾਂ ਸੋਤੇ ਕਰਨਾ ਵੀ ਸਿੱਖੀ ਹੈ, ਵੈਜੀਟੇਬਲਸ ਦੀ ਤੇ ਟੋਮੈਟੋ ਗ੍ਰੇਵੀ ਵੀ ਕਰਨੀ ਸਿੱਖੀ ਤੇ ਹੈ। ਹੁਣ ਤੁਸੀਂ ਇਹ ਬਣਾ ਕੀ ਰਹੇ ਹੋ ਇਸ ਵੇਲੇ? ਇਹ ਵੈਜੀਟੇਬਲਸ ਸੋਤੇ ਕਰ ਰਹੇ ਹਾਂ ਜੀ ਹਾਂਜੀ ਤੇ ਮਿਕਸ ਵੈਜ ਬਣਾ ਰਹੇ ਹਾਂ ਜੀ। ਕੀ ਪਲਾਨ ਆ ਤੁਹਾਡਾ ਕੁਕਿੰਗ ਕੋਰਸ ਸਿੱਖਣ ਤੋਂ ਬਾਅਦ? ਕੀ ਚਾਹੁੰਦੇ ਹੋ ਤੁਸੀਂ? ਬਾਹਰ ਜਾ ਰਹੇ ਹੋ? ਹਾਂਜੀ ਬਾਹਰ ਤੇ ਮੈਂ ਜਾਣਾ ਚਾਹੁੰਦਾ ਕੈਨੇਡਾ ਤੇ ਆਪਣੇ ਹੋਟਲ ਆ ਜੀ ਬਾਹਰ ਹੀ, ਜਿੱਦਾਂ ਰੈਸਟੋਰੈਂਟ ਵੀ ਆ। ਕੀ ਸਲਾਹ ਦਿੱਤੀ ਸੀ ਤੁਹਾਡੇ ਪੇਰੈਂਟਸ ਨੇ, ਤੁਹਾਡੇ ਰਿਸ਼ਤੇਦਾਰਾਂ ਨੇ ਕੀ ਕਿਹਾ ਸੀ ਜਿਹੜੇ ਤੁਸੀਂ ਹੋਟਲਸ ਦੀ ਗੱਲ ਕਰ ਰਹੇ ਹੋ? ਤੇ ਉਹ ਕਹਿੰਦੇ ਸੀਗੇ ਜਿੱਦਾਂ ਹੋਟਲ ਮੈਨੇਜਮੈਂਟ ਕਰ ਲਓ, ਫਿਰ ਮੇਰਾ ਇੱਧਰ ਹੋ ਸਗਾ ਥੋੜਾ, ਮੈਂ ਕਿਹਾ 1 years ਦਾ ਕਰ ਲੈਣਾ ਤੇ ਇਸ ਲਈ ਤੇ ਸਰ ਜਿਵੇਂ ਤੁਸੀਂ ਦੱਸਿਆ ਸੀ ਵੀ ਬੱਚਾ ਇੱਥੋਂ ਟ੍ਰੇਨਡ ਹੋ ਕੇ ਜਾ ਰਿਹਾ ਨਾ, ਇਹ ਤਾਂ ਉਹੀ ਗੱਲ ਤੁਹਾਡੀ ਸਾਹਮਣੇ ਆ ਗਈ ਹੈ ਵੀ ਕਹਿੰਦੇ ਸਾਡੇ ਰਿਸ਼ਤੇਦਾਰਾਂ ਦੇ ਹੋਟਲਸ ਹੈਗੇ ਆ ਵੀ ਅਸੀਂ ਸਿੱਖ ਲਾਂਗੇ ਤਾਂ ਅਸੀਂ ਆਪਣਾ ਉੱਥੇ ਵਧੀਆ ਜੌਬ ਹਾਸਲ ਕਰ ਸਕਦੇ ਹਾਂ। ਸਰ ਮੈਂ ਤੁਹਾਨੂੰ ਇਸ ਬੱਚੇ ਦੀ ਗੱਲ ਦੱਸਦਾ, ਇਹ ਬੱਚਾ ਮੇਰੇ ਕੋਲ 6 ਮਹੀਨੇ ਪਹਿਲਾਂ ਆਇਆ ਸੀਗਾ। 6 ਮਹੀਨੇ ਪਹਿਲਾਂ ਬੱਚਾ ਮੇਰੇ ਕੋਲ ਆਇਆ ਹੈ। ਬੱਚਾ ਇੰਨਾ ਨਰਵਸ ਸੀਗਾ, ਕਹਿੰਦਾ ਕਿ ਸਰ ਹਰਦੀਪ ਸਰ ਮੈਨੂੰ ਸਹੀ ਗਾਈਡ ਕਰੋ ਕਿਉਂਕਿ ਮੇਰੇ ਕੋਲ ਅੱਗੇ ਫਿਊਚਰ ਨਹੀਂ ਮੈਨੂੰ ਨਜ਼ਰ ਆ ਰਿਹਾ ਤੇ ਮੈਂ ਕਰਨਾ ਕੀ ਆ। ਸੋ ਮੈਂ ਇਸ ਬੱਚੇ ਨੂੰ ਮੈਂ ਹੌਸਲਾ ਦਿੱਤਾ, ਮੈਂ ਕਿਹਾ ਤੂੰ ਕਰਨਾ ਕੀ ਚਾਹੁੰਦਾ?
ਕਹਿੰਦਾ ਭਾਜੀ ਮੈਂ ਕੈਨੇਡਾ ਜਾਣਾ ਚਾਹੁੰਦਾ। ਮੈਂ ਕਿਹਾ ਤੂੰ ਕੈਨੇਡਾ ਦਾ ਜਾਣਾ ਚਾਹੁੰਦਾ, ਤੇਰੇ ਕੋਲ ਸਕਿੱਲ ਕੀ ਆ ਹੱਥ ਦੇ ਵਿੱਚ, ਰਾਈਟ। ਸੋ ਮੈਂ ਇਹਨੂੰ ਇਹ ਕਹਿੰਦਾ ਸਰ ਮੇਰੇ ਕੋਲ ਕੈਨੇਡਾ ਜਾਣਾ ਚਾਹੁੰਦਾ, ਮੇਰੇ ਉੱਧਰ ਰੈਸਟੋਰੈਂਟ ਵਗੈਰਾ ਰਿਲੇਟਿਵਸ ਵਗੈਰਾ ਦੇ ਰੈਸਟੋਰੈਂਟ ਤੇ ਆਪਣੇ ਹੋਟਲਸ ਵਗੈਰਾ ਹੈਗੇ ਆ। ਸੋ ਮੈਂ ਇਹਨੂੰ ਗਾਈਡ ਕੀਤਾ। ਸੋ ਮੈਂ ਕਿਹਾ ਰਾਈਟ ਨਾਓ ਆਪਾਂ ਕੁਕਿੰਗ ਦਾ ਪ੍ਰੋਜੈਕਟ ਲੈ ਕੇ ਆ ਰਹੇ ਹਾਂ। ਸੋ ਮੈਂ ਉਹਨਾਂ ਨੂੰ ਇਹ ਕਿਹਾ ਕਿ ਕੁਕਿੰਗ ਦੇ ਵਿੱਚ ਤੁਸੀਂ ਆਪਣੇ ਆਪ ਨੂੰ ਸਕਿੱਲ ਇੰਨਾ ਵਧੀਆ ਕਰੋ ਤਾਂ ਉਸ ਬਿਹਾਫ ਦੇ ਉੱਪਰ ਆਪਣਾ 1 ਸਾਲ ਦਾ ਡਿਪਲੋਮਾ ਕਰਕੇ ਤੁਸੀਂ ਕੁਕਿੰਗ ਦੇ ਵਿੱਚ ਬਿਹਾਫ ਕਰਕੇ ਕਿ ਕੈਨੇਡਾ ਜਾ ਸਕਦੇ ਹੋ ਤੇ ਆਪਣੇ ਹੋਟਲਾਂ ਦੇ ਵਿੱਚ ਉੱਥੇ ਜਾ ਕੇ ਕੰਮ ਕਰ ਸਕਦੇ ਹੋ। ਸੋ ਇਹ ਮੈਡਮ ਤੁਸੀਂ ਇਸ ਤੋਂ ਪਹਿਲਾਂ ਕੀ ਕਰਦੇ ਸੀਗੇ? ਮੈਂ +2 ਕੀਤੀ ਹੋਈ ਹੈ ਤੇ ਮੈਂ +2 ਤੋਂ ਬਾਅਦ ਆਇਲਸ ਕੀਤੀ ਸੀਗੀ, ਬਟ ਮੇਰੇ ਪੇਰੈਂਟਸ ਨੇ ਕਿਹਾ ਕਿ ਬਈ ਜਾਣ ਤੋਂ ਪਹਿਲਾਂ ਕਿ ਕੋਈ ਸਕਿੱਲ ਹੱਥ ਵਿੱਚ ਹੋਣਾ ਚਾਹੀਦਾ ਤੇ ਕੁਕਿੰਗ ਦੇ ਵਿੱਚ ਥੋੜਾ ਇੰਟਰਸਟ ਸੀਗਾ ਤੇ ਉਸ ਇੰਟਰਸਟ ਨੂੰ ਹੋਰ ਵਧਾਉਣ ਦੇ ਲਈ ਮੈਂ ਇੱਥੇ ਜੁਆਇਨ ਕੀਤਾ ਵਾਈਟਸਟੋਨ 'ਚ ਐਂਡ ਮੈਨੂੰ 2 ਮੰਥਸ ਹੋ ਗਏ ਇੱਥੇ ਜੁਆਇਨ ਕੀਤਿਆਂ ਐਂਡ ਮੈਨੂੰ ਕਾਫੀ ਐਕਸਪੀਰੀਅੰਸ ਹੋਇਆ ਇੱਥੇ ਆ ਕੇ। ਵੈਸੇ ਤਾਂ ਇਹ ਹੁੰਦਾ ਕਹਿੰਦੇ ਵੀ ਕੁੜੀਆਂ ਨੂੰ ਫੇਰ ਵੀ ਘਰ ਦੇ ਵਿੱਚ ਖਾਣਾ ਬਣਾਉਣਾ ਆਉਂਦਾ ਹੁੰਦਾ ਨਾ, ਕਾਫੀ ਡਿਸ਼ਸ ਹੁੰਦੀਆਂ। ਤੇ ਜਦੋਂ ਤੁਸੀਂ ਵਾਈਟਸਟੋਨ 'ਚ ਨਹੀਂ ਆਏ ਸੀ ਕੀ ਤੁਹਾਨੂੰ ਆਉਂਦਾ ਸੀ, ਕੀ ਨਹੀਂ ਆਉਂਦਾ ਸੀ ਤੇ ਕੀ ਇੱਥੇ ਜੁਆਇਨ ਕਰਕੇ ਫਾਇਦਾ ਹੋਇਆ, ਕੀ ਸਿੱਖਿਆ ਤੁਸੀਂ? ਮੈਂ ਘਰ ਬਿਲਕੁਲ ਪਹਿਲਾਂ ਮਤਲਬ ਕਿਚਨ 'ਚ ਬਹੁਤ ਘੱਟ ਜਾਂਦੀ ਹੁੰਦੀ ਸੀਗੀ, ਪਰ ਇੱਥੇ ਆਉਣ ਤੋਂ ਬਾਅਦ ਮੈਂ ਬਹੁਤ ਕੁਝ ਸਿੱਖਿਆ ਤੇ ਮੈਂ ਘਰ ਵੀ ਬਣਾਉਂਦੀ ਹਾਂ, ਜਿਹਦੇ ਨਾਲ ਮੇਰੇ ਪੇਰੈਂਟਸ ਬਹੁਤ ਖੁਸ਼ ਹੁੰਦੇ ਆ ਵੀ ਕੁਝ ਸਿੱਖ ਕੇ ਆ ਰਿਹਾ ਬੱਚਾ। ਹੁਣ ਅੱਜ ਕੱਲ ਤਾਂ ਨਾ ਮੁੰਡੇ ਕੁੜੀ ਨੂੰ ਹੁੰਦਾ ਵੀ ਆਪਾਂ ਪੜ੍ਹਾਈ ਕਰ ਲਈ ਆ, ਆਇਲਸ ਕਰ ਲਿਆ ਵੀ ਚਲੋ ਬਾਹਰ ਚੱਲ ਜੀਏ ਨਾ। ਤੁਹਾਡੀ ਕੀ ਸੋਚ ਸੀਗੀ ਵੀ ਨਹੀਂ ਬਈ ਬਾਹਰ ਤਾਂ ਜਾਣਾ ਪਰ ਉਸ ਤੋਂ ਪਹਿਲਾਂ ਕੁਕਿੰਗ ਜ਼ਰੂਰੀ ਹੈ ਸਿੱਖਣੀ, ਕੀ ਸੋਚ ਸੀਗੀ ਤੁਹਾਡੇ ਮਨ ਦੀ? ਮੇਰੇ ਸੀਨੀਅਰਸ ਆ ਬਾਹਰ ਜਿੱਦਾਂ ਕੈਨੇਡਾ ਤੇ ਉਹਨਾਂ ਨੇ ਮੈਨੂੰ ਇਹ ਕਿਹਾ ਸੀਗਾ ਵੀ ਇੱਥੇ ਬਾਹਰ ਖਾਣੇ ਪੀਣੇ ਤੇ ਖਰਚਾ ਬਹੁਤ ਜ਼ਿਆਦਾ ਹੁੰਦਾ, ਉਹ ਬਚਾਉਣ ਦੇ ਲਈ ਤੁਹਾਨੂੰ ਖੁਦ ਆਉਣਾ ਚਾਹੀਦਾ। ਤਾਂ ਕਰਕੇ ਇੱਕ ਆ ਚੀਜ਼ ਹੈ ਵੀ ਖੁਦ ਲਈ ਵੀ ਬਹੁਤ ਫਾਇਦੇਮੰਦ ਆਉਂਦੀ ਹੈ ਕੁਕਿੰਗ, ਤੇ ਦੂਸਰਾ ਜੌਬ ਲੱਭਣ ਦੇ ਵਾਸਤੇ ਬਹੁਤ ਈਜ਼ੀ ਹੁੰਦਾ ਕਿਉਂਕਿ ਇੱਥੋਂ ਸਾਨੂੰ ਸਰਟੀਫਿਕੇਟ ਮਿਲੂਗਾ ਜੋ ਇੰਟਰਨੈਸ਼ਨਲੀ ਵੈਲਿਡ ਹੈ ਤੇ ਉਹਦੇ ਨਾਲ ਮੈਨੂੰ ਜੌਬ ਲੱਭਣ ਦੇ ਵਿੱਚ ਈਜ਼ੀ ਹੋਊਗਾ। ਸਰ ਇਹ ਤਾਂ ਉਹੀ ਗੱਲ ਹੋਈ ਜਿਹੜੀ ਤੁਸੀਂ ਪਹਿਲਾਂ ਸਟਾਰਟਿੰਗ ਦੱਸੀ ਸੀ ਵੀ ਜਿਨ੍ਹਾਂ ਨੇ ਬਾਹਰਲੇ ਮੁਲਕਾਂ ਜਾਣਾ ਵੀ ਖੱਜਲ ਖੁਆਰ ਹੋਣਾ ਪੈਂਦਾ ਕੁਕਿੰਗ ਦੇ ਬਾਰੇ। ਸੋ ਹਰ ਇੱਕ ਬੱਚੇ ਦੀ ਜਵਾਨੀ ਇਹੀ ਆ ਵੀ ਬਾਹਰ ਜਾਣ ਤੋਂ ਪਹਿਲਾਂ ਕੁਕਿੰਗ ਜ਼ਰੂਰੀ ਆ। ਸਰ ਬਿਲਕੁਲ ਤੱਗੜ ਸਾਹਿਬ, ਜਿੱਦਾਂ ਤੁਹਾਨੂੰ ਮੈਂ ਪਹਿਲਾਂ ਕਹਿ ਚੁੱਕਾ ਕਿ ਬੱਚੇ ਨੂੰ ਬਾਹਰ ਜਾ ਕੇ ਸਭ ਤੋਂ ਪਹਿਲਾਂ ਪ੍ਰੋਬਲਮ ਆਉਂਦੀ ਆ ਕੁਕਿੰਗ ਦੇ ਵਿੱਚ। ਸੋ ਇੱਥੇ ਮੇਰੇ ਕੋਲ ਮੈਂ ਤਾਂ ਹੀ ਕਹਿੰਦਾ ਕਿ ਮੇਰੇ ਕੋਲ ਆਵੋ। ਸੋ ਬੱਚਾ ਅਗਰ ਸਟੂਡੈਂਟ ਵੀਜ਼ੇ ਤੇ ਪਹਿਲਾਂ ਜਾਂਦਾ ਆ, ਉਹਦੇ ਕੋਲ 3-4 ਮਹੀਨੇ ਦਾ ਟਾਈਮ ਹੁੰਦਾ। ਸੋ ਉਸ ਦੇ ਵਿੱਚ ਉਹ ਇੰਨੇ ਸਕਿੱਲਸ ਵਗੈਰਾ ਇੱਥੋਂ ਸਿੱਖ ਕੇ ਚੱਲ ਜਾਵੇ ਤਾਂ ਉੱਥੇ ਜਾ ਕੇ ਉਹਨੂੰ ਕੋਈ ਪ੍ਰੋਬਲਮ ਨਾ ਆਵੇ। ਤੇ ਉੱਥੇ ਜਾ ਕੇ ਜਦੋਂ ਜੌਬ ਲਾਈਨ ਦੇ ਵਿੱਚ ਵੀ ਉਹ ਜਾਂਦਾ ਆ ਤੇ ਉੱਥੇ ਵੀ ਉਹ ਜਾ ਕੇ ਰੈਸਟੋਰੈਂਟ ਦੇ ਵਿੱਚ ਜਾ ਕੇ ਜਾਂ ਕੈਫੇ ਦੇ ਵਿੱਚ ਜਾ ਕੇ ਤੱਗੜ ਸਾਹਿਬ ਉਹ ਕੰਮ ਕਰ ਸਕਦਾ ਤੇ ਨਾਲ ਦੀ ਨਾਲ ਉਹਨੂੰ ਉੱਥੇ ਜਾ ਕੇ ਸਿੱਖਣ ਦੀ ਕੋਈ ਲੋੜ ਨਹੀਂ, ਸਿੱਧਾ ਜਾ ਕੇ ਆਪਣੇ ਰੈਸਟੋਰੈਂਟ 'ਚ ਜਾ ਕੇ ਆਪਣਾ ਦਿਖਾ ਸਕਦਾ ਕਿ ਇੰਨੇ ਮਹੀਨੇ ਦੀ ਮੈਂ ਟ੍ਰੇਨਿੰਗ ਲਗਾਈ ਹੋਈ ਆ, ਹਾਂ ਮੈਂ ਉੱਥੇ ਜਾ ਕੇ ਕੰਮ ਕੀਤਾ ਹੋਇਆ, ਮੈਨੂੰ ਇਹ ਕੰਮ ਆਉਂਦਾ ਆ। ਸੋ ਉਹਨਾਂ ਨੇ ਉਹਨਾਂ ਨੂੰ ਸਿੱਧੀ ਡਾਇਰੈਕਟ ਉਹਨਾਂ ਨੂੰ ਉਹ ਜੌਬ ਦੇ ਦੇਣੀ ਹੈ ਕਿ ਤੁਸੀਂ ਆਹ ਕੰਮ ਕਰੋ, ਠੀਕ ਹੈ ਜੀ। ਉਹਦੇ ਨਾਲ ਉਹਨਾਂ ਨੂੰ ਨਾ ਸਿੱਖਣ ਦੀ ਲੋੜ ਪੈਣੀ ਤੇ ਉਹਨਾਂ ਨੂੰ ਪੇ ਵੀ ਉਹਦੇ ਐਜ਼ ਕੰਪੇਅਰ ਟੂ ਅਨਦਰ ਡਾਲਰ ਰੇਟ ਵੀ ਬੱਚੇ ਨੂੰ ਉਹਦਾ ਜ਼ਿਆਦਾ ਮਿਲੂਗਾ ਤੇ ਉਹਨੂੰ ਕੋਈ ਪ੍ਰੋਬਲਮ ਨਹੀਂ ਆਊਗੀ। ਸਰ ਕੀ ਸਿੱਖਿਆ ਹੈਗਾ ਤੁਹਾਨੂੰ, ਕੀ ਐਕਸਟਰਾ ਇੱਥੇ ਕਲਾਸ ਵਿੱਚ ਸਿਖਾਉਂਦੇ ਆ, ਕਿੱਦਾਂ ਇੱਥੋਂ ਜਿਹੜੇ ਸ਼ੈਫ ਤੁਹਾਡੇ ਟੀਚਰਸ ਹੈਗੇ ਆ ਕੀ ਤਰੀਕਾ ਸਿਖਾਉਣ ਦਾ? ਸਰ ਬਹੁਤ ਹੀ ਈਜ਼ੀ ਤਰੀਕੇ ਨਾਲ ਆਪਾਂ ਨੂੰ ਸਿਖਾਇਆ ਜਾਂਦਾ। ਜਿਹੜੀ ਰੈਸਪੀ ਆਪਾਂ ਕਰਦੇ ਆ ਹਰ ਦਿਨ 2 ਪ੍ਰੈਕਟੀਕਲ ਚੱਲਦੇ ਬੇਕਰੀ ਵਿੱਚ, ਕੁਕਿੰਗ ਵਿੱਚ, ਤੇ ਆਪਾਂ ਨੂੰ ਅਲੱਗ-ਅਲੱਗ ਰੈਸਪੀਆਂ ਆਉਂਦੀਆਂ ਆ। ਇਹ ਕੋਰਸ ਕਰਕੇ ਕਿਹੜੇ ਮੁਲਕ ਜਾਣਾ ਤੁਸੀਂ? ਸਰ ਮੈਂ ਹਾਲੈਂਡ, ਨੀਦਰਲੈਂਡ, ਹਾਂਜੀ ਸਾਡੇ ਉੱਧਰ ਹੋਟਲ ਆ ਆਪਣਾ ਤੇ ਅਸੀਂ ਉੱਥੇ ਜਾਣਾ ਆ। ਤੇ ਸਰ ਨਾਲ ਗੱਲ ਕੀਤੀ ਸੀਗੀ, ਸਰ ਨੇ ਦੱਸਿਆ ਕਿ ਤਾਂ ਆਪਣੇ ਹੋਟਲ ਮੈਨੇਜਮੈਂਟ ਦਾ ਕੁਕਿੰਗ ਦਾ ਕੋਰਸ ਆ ਆਪਾਂ ਨੂੰ ਸਰ ਨੇ। ਸਰ ਇੱਕ ਗੱਲ ਹੋਰ ਕਲੀਅਰ ਕਰੋ ਵੀ ਬੱਚੇ +2 ਕਰ ਲੈਂਦੇ ਆਇਲਸ ਕਰਕੇ ਜਾ ਸਕਦੇ, ਕਈ ਬੱਚੇ ਆਇਲਸ ਨਹੀਂ ਕਰ ਸਕਦੇ ਜਾਂ ਉਹਨਾਂ ਦਾ ਟਾਈਮ ਲੰਘ ਗਿਆ ਹੁੰਦਾ, ਜਿਵੇਂ ਤੁਸੀਂ ਪਹਿਲਾਂ ਦੱਸਿਆ ਵੀ ਕੋਈ ਉਮਰ ਨਹੀਂ ਹੁੰਦੀ ਨਾ। ਇੱਕ ਚੱਲਦਾ ਹੈਗਾ ਵਰਕ ਪਰਮਿਟ ਦਾ ਵੀਜ਼ਾ ਚੱਲਦਾ, ਕੋਈ ਹੁੰਦਾ ਵੀ ਉੱਥੇ ਇਹਨਾਂ ਦੇ ਰਿਸ਼ਤੇਦਾਰ ਦੇ ਕਿਸੇ ਦੇ ਹੋਟਲ ਜਾਂ ਰੈਸਟੋਰੈਂਟ ਹੈਗੇ ਉਹ ਬੱਚੇ ਨੂੰ ਮੰਗਾ ਸਕਦੇ ਆ, ਕਿ ਉਹਦੇ ਵਿੱਚ ਵੀ ਕੋਈ ਸਪੋਰਟ ਹੁੰਦੀ ਇਹਨਾਂ ਦੀ? ਤੱਗੜ ਸਾਹਿਬ ਇੱਥੇ ਮੈਂ ਤੁਹਾਨੂੰ ਇਹੀ ਕਹਾਂਗਾ ਕਿ ਅਗਰ ਬੱਚਾ ਮੇਰੇ ਕੋਲ ਬਾਹਰ ਜਾਣਾ ਚਾਹੁੰਦਾ, ਬੱਚੇ ਕੋਲ ਆਇਲਸ ਨਹੀਂ ਹੁੰਦੀ, ਜ਼ਰੂਰੀ ਨਹੀਂ ਕਿ ਮਤਲਬ ਕਿ ਸਾਰਿਆਂ ਕੋਲ ਆਇਲਸ ਹੋ ਜਾਵੇ। ਕਈ ਬੱਚੇ ਇਦਾਂ ਦੇ ਹੁੰਦੇ, ਕਈਆਂ ਨੇ ਆਪਾਂ ਆਇਲਸ ਕਰਦੇ, ਕਈਆਂ ਆਇਲਸ ਨਹੀਂ ਹੁੰਦਾ ਕਿ ਉੱਧਰ ਜਾ ਕੇ ਸੁਪਨਾ ਹੁੰਦਾ ਕਿ ਬਾਹਰ ਜਾ ਕੇ ਮੈਂ ਆਪਣਾ ਰੈਸਟੋਰੈਂਟ ਓਪਨ ਕਰੂੰਗਾ। ਸੋ ਉਹ ਇੱਥੇ ਵਿਦਆਊਟ ਆਇਲਸ ਵਿੱਚੋਂ ਮੇਰੇ ਕੋਲ 1 ਸਾਲ ਦਾ ਡਿਪਲੋਮਾ ਲੈ ਕੇ ਮੈਂ ਉਹਨਾਂ ਨੂੰ ਇੰਟਰਨੈਸ਼ਨਲ ਲੈਵਲ ਤੇ ਉਹਨਾਂ ਦੀ ਟ੍ਰੇਨਿੰਗਸ ਲਗਵਾਵਾਂਗਾ, ਠੀਕ ਹੈ ਜੀ। ਯੂਰਪ ਦੇ ਵਿੱਚ ਲਗਵਾਵਾਂਗੇ, ਦੁਬਈ ਦੇ ਵਿੱਚ ਲਗਵਾਵਾਂਗੇ, ਆਸਟ੍ਰੇਲੀਆ ਦੇ ਵਿੱਚ ਲਗਵਾਵਾਂਗੇ, ਕੈਨੇਡਾ ਦੇ ਵਿੱਚ ਮੇਰੀ ਰਾਈਟ ਨਾਓ ਹੋਟਲ ਦੇ ਨਾਲ ਗੱਲ ਚੱਲਦੀ ਪਈ ਹੈ, ਠੀਕ ਹੈ ਜੀ। ਸੋ ਜਿੱਦਾਂ ਵੀ ਆਉਣ ਵਾਲੇ ਇਨ ਫਿਊਚਰ ਦੇ ਵਿੱਚ ਮੈਂ ਨਵੇਂ ਪ੍ਰੋਜੈਕਟ ਲੈ ਕੇ ਆਂਦਾ ਰਵਾਂਗਾ। ਸੋ ਬੱਚੇ ਨੂੰ ਇੱਕ ਜਿਹੜੇ ਮੈਂ ਉਹੀ ਗੱਲ ਆ ਗਈ ਕਿ ਬੱਚੇ ਨੂੰ +2 ਤੋਂ ਬਾਅਦ ਅਗਰ ਬੱਚੇ ਨੇ ਆਇਲਸ ਨਹੀਂ ਕੀਤੀ ਤਾਂ ਸਾਡੇ ਕੋਲ 1 ਸਾਲ ਦਾ ਡਿਪਲੋਮਾ ਕਰੇ, ਡਿਪਲੋਮਾ ਕਰਕੇ ਉਹਨਾਂ ਦੀ ਮੈਂ ਟ੍ਰੇਨਿੰਗ ਇੰਟਰਨੈਸ਼ਨਲ ਕੰਟਰੀਜ਼ ਦੇ ਵਿੱਚ ਲਵਾਵਾਂਗਾ ਤੇ
ਹੋ ਸਕੇ ਆਉਣ ਵਾਲੇ ਪ੍ਰੋਜੈਕਟ ਜਿਹੜੇ ਮੇਰੇ ਚੱਲਦੇ ਆ ਕਿ ਉਹਨਾਂ ਨੂੰ ਮੈਂ ਉੱਥੇ ਜੌਬ ਵੀ ਦਵਾ ਸਕਾਂ ਆਪਣੇ ਕੰਪਨੀ ਦੇ ਸਰਟੀਫਿਕੇਟ ਦੇ ਬਿਹਾਫ ਤੇ ਜਿਹੜਾ ਗਵਰਨਮੈਂਟ ਅਪਰੂਵਡ ਅਸੀਂ ਉਹਨਾਂ ਨੂੰ ਦੇਣਾ ਹੈ। ਸੋ ਤੁਸੀਂ ਜੋ ਇੱਥੇ ਸਿੱਖਦੇ ਆ, ਤੁਹਾਡੇ ਐਗਜ਼ਾਮ ਹੁੰਦੇ ਆ, ਤੁਹਾਨੂੰ ਸਰਟੀਫਿਕੇਟ ਵੀ ਮਿਲਦਾ, ਉਸ ਸਰਟੀਫਿਕੇਟ ਦੀ ਕਾਫੀ ਵੈਲਿਊ ਹੈਗੀ ਨਾ। ਇਹ ਇੰਟਰਨੈਸ਼ਨਲ ਸਰਟੀਫਿਕੇਟ ਹੈਗਾ, ਇਸ ਨੂੰ ਲੈ ਕੇ ਤੁਸੀਂ ਕਾਮਯਾਬ ਹੋ ਸਕਦੇ ਆ। ਮੈਡਮ ਕੀ ਬਣਾ ਰਹੇ ਤੁਸੀਂ? आज एप्पल पाई बना रहे हैं। ਤੁਹਾਨੂੰ ਕਿੰਨਾ ਟਾਈਮ ਹੋ ਗਿਆ ਇੱਥੇ? 1 मंथ हो गया। ਕੀ ਸਿੱਖਿਆ, ਕਿੰਨੀਆਂ ਕੁ ਡਿਸ਼ेज ਆ ਗਈਆਂ ਤੁਹਾਨੂੰ 1 ਮਹੀਨੇ 'ਚ? 15 तो 20 डिशेज सीखी है। ਪਹਿਲਾਂ ਕੀ ਆਉਂਦਾ ਸੀ ਤੁਹਾਨੂੰ? ਬਣਾਉਣਾ ਆਉਂਦਾ ਸੀ ਕੁਝ ਪਹਿਲਾਂ ਇਦਾਂ ਦਾ? तो ज़्यादा नहीं आता था, पर इससे आने के बाद काफ़ी कुछ सीखा है। डिफरेंट क्यूजीन्स भी, डिफरेंट जो नहीं पता था वो भी सीखा है। ਜਿਹੜੇ ਤੁਹਾਡੇ ਸ਼ੈਫ ਹੈਗੇ ਆ, ਕੀ ਤਰੀਕਾ ਕਿੱਦਾਂ ਪੜਾਉਂਦੇ ਆ, ਕਿੱਦਾਂ ਤੁਹਾਨੂੰ ਆਹ ਸਿਖਾਉਂਦੇ ਹੈਗੇ ਬਣਾਉਣਾ? खुद वो पहले प्रैक्टिकल करके दिखाते हैं, उसके बाद फिर हमसे करवाते हैं। सैटरडे को मॉक टेस्ट होता है, वहाँ पे जो हमने सीखा है वो 1-2 डिशेज है वो बताएंगे कि वो आपको करनी है, तो उसका टेस्ट भी होता है। ਸੋ ਭਾਜੀ ਇੱਕ ਗੱਲ ਮੈਨੂੰ ਹੋਰ ਦੱਸੋ ਵੀ ਇਹ ਬੜਾ ਦਾਅਵਾ ਕਰਦੇ ਆ ਵਾਈਟ ਸਟੋਨ ਵਾਲੇ ਵੀ ਜਿਹੜੇ ਕੁਕਿੰਗ ਕਲਾਸ ਤਾਂ ਲਗਵਾਉਂਦੇ ਆ ਪਰ ਸਪੋਕਨ ਇੰਗਲਿਸ਼ ਕਲਾਸਾਂ ਵੀ ਲਵਾਉਂਦੇ ਆ, ਇਹ ਸੱਚ ਹੈ ਲਵਾਉਂਦੇ? ਹਾਂਜੀ ਸਰ, ਡੇਲੀ ਕਲਾਸ ਲੱਗਦੀ ਆ ਆਪਣੀ ਤੇ ਇਹ ਕੋਰਸ ਦੇ ਵਿੱਚ ਹੀ ਆ, ਕੋਈ ਇਹਦੀ ਐਕਸਟਰਾ ਫੀਸ ਨਹੀਂ ਹੈਗੀ, ਇਸ ਦੇ ਵਿੱਚ ਹੀ ਆਪਾਂ ਨੂੰ ਲਵਾਉਂਦੇ ਆ। ਉਹਦੇ ਵਿੱਚ ਕੀ ਕੀ ਪੜਾਇਆ ਜਾਂਦਾ ਤੁਹਾਨੂੰ? ਜਿਨ੍ਹਾਂ ਨੂੰ ਇੰਗਲਿਸ਼ ਨਹੀਂ ਵੀ ਆਉਂਦੀ ਉਹਨਾਂ ਨੂੰ ਵੀ ਵਧੀਆ ਟ੍ਰੇਨ ਕਰਦੇ ਆ ਕਿ ਆਪਾਂ ਨੂੰ ਬੋਲਣ ਵਿੱਚ ਕੋਈ ਵੀ ਤੰਗੀ ਤਕਲੀਫ ਨਹੀਂ ਹੁੰਦੀ। ਸਰ ਇਹ ਇੱਕ ਸਪੋਰਟ ਹੋ ਜਾਂਦੀ ਹੈ ਨਾ, ਬੱਚੇ ਨੂੰ ਹੈਲਪ ਹੋ ਜਾਂਦੀ ਆ। ਸੋ ਇੱਕ ਵਧੀਆ ਹੈ ਵੀ ਜਿਹੜਾ ਤੁਸੀਂ ਨਾਲ ਨਾਲ ਇੰਗਲਿਸ਼ ਵੀ ਸਿਖਾ ਰਹੇ ਹੋ ਬੱਚਿਆਂ ਨੂੰ। ਬਿਲਕੁਲ ਤੱਗਰ ਸਾਹਿਬ, ਮੈਂ ਤੁਹਾਨੂੰ ਜਿੱਦਾਂ ਕਿਹਾ ਸੀਗਾ ਕਿ ਜੋ ਤੁਹਾਨੂੰ ਮੈਂ ਕਹਿ ਰਿਹਾ ਆ ਉਹ ਇਦਾਂ ਹੀ ਨਹੀਂ ਕਿ ਮੈਂ ਕੈਮਰੇ ਦੇ ਮੂਹਰੇ ਕਹਿ ਰਿਹਾ, ਸਾਡੇ ਕੋਲ ਕੈਮਰੇ ਦੇ ਪਿੱਛੇ ਵੀ ਆਏ ਵੇ ਜੋ ਮੈਂ ਦਾਅਵੇ ਕਰ ਰਿਹਾ ਤੇ ਉਹ ਮੈਂ ਦੇ ਵੀ ਰਿਹਾ ਆ। ਠੀਕ ਹੈ ਜੀ। ਸੋ ਸਪੋਕਨ ਇੰਗਲਿਸ਼ ਦੇ ਬੱਚੇ ਨੂੰ ਕਲਾਸਿਸ ਤਾਂ ਦੇ ਰਹੇ ਆ ਇਨ ਫਿਊਚਰ, ਅਗਰ ਮੈਂ ਕਹਿ ਰਿਹਾ ਕਿ ਇੰਟਰਨੈਸ਼ਨਲ ਲੈਵਲ ਤੇ ਮੈਂ ਬੱਚਿਆਂ ਨੂੰ ਬਾਹਰ ਆਪਾਂ ਵੱਖ-ਵੱਖ ਦੇਸ਼ਾਂ ਦੇ ਵਿੱਚ ਉਹਨਾਂ ਦੀ ਕੰਟਰੀਜ਼ ਦੇ ਵਿੱਚ ਉਹਨਾਂ ਦੀ ਟ੍ਰੇਨਿੰਗ ਦੇ ਲਈ ਉਹਨਾਂ ਨੂੰ ਮੈਂ ਲੈ ਕੇ ਜਾਊਂਗਾ ਜਾਂ ਬੱਚਾ ਇਨ ਫਿਊਚਰ ਬੱਚਾ ਬਾਹਰ ਜਾਊਗਾ। ਠੀਕ ਹੈ ਜੀ। ਸੋ ਉਹਦੇ ਲਈ ਅਗਰ ਆਪਾਂ ਉਹਨੂੰ ਇੰਗਲਿਸ਼ ਦੇ ਵਿੱਚ ਪਹਿਲੇ ਹੀ ਟ੍ਰੇਨ ਕਰਕੇ ਉਹਨੂੰ ਬੱਚੇ ਨੂੰ ਭੇਜਾਂਗੇ ਤਾਂ ਉਹਨੂੰ ਇਨ ਫਿਊਚਰ ਦੇ ਵਿੱਚ ਕੋਈ ਪ੍ਰੋਬਲਮ ਨਹੀਂ ਆਊਗੀ, ਨਾ ਡਿਸ਼ਿਜ਼ ਦੇ ਵਿੱਚ ਕੋਈ ਬੋਲਣ ਦੇ ਵਿੱਚ, ਨਾ ਡਿਸ਼ਿਜ਼ ਬੋਲਣ ਦੇ ਵਿੱਚ ਕੋਈ ਪ੍ਰੋਬਲਮ ਆਊਗੀ। ਸੋ ਇਸ ਲਈ ਆਪਾਂ ਬੱਚਿਆਂ ਨੂੰ ਨਾਲ ਦੀ ਨਾਲ ਆਪਾਂ ਸਪੋਕਨ ਦੀਆਂ ਕਲਾਸਿਸ ਵੀ ਫ੍ਰੀ ਦੇ ਰਹੇ ਹਾਂ ਜੀ। ਸੋ ਮੈਨੂੰ ਇਹ ਦੱਸੋ ਵੀ ਤੁਸੀਂ ਜਿਹੜੇ ਹਜੇ ਬੱਚੇ ਤੁਹਾਡੇ ਕੋਲ ਜੁਆਇਨ ਕਰਨਾ ਚਾਹੁੰਦੇ ਆ, ਅਜੇ ਉਹ ਸੁਣ ਰਹੇ ਆ ਪਰ ਉਹ ਚਾਹੁੰਦੇ ਆ ਵੀ ਕੋਈ ਚੰਗਾ ਇੰਸਟੀਚਿਊਟ ਹੋਵੇ ਨਾ। ਆਪਾਂ ਹੁਣ ਵਾਈਟ ਸਟੋਨ ਦੀਆਂ ਬਹੁਤ ਸਾਰੀਆਂ ਖੂਬੀਆਂ ਦੱਸ ਦਿੱਤੀਆਂ ਤੇ ਉਹਨਾਂ ਬੱਚਿਆਂ ਨੂੰ ਕੀ ਕਹਿਣਾ ਚਾਹੋਗੇ? ਸੋ ਉਹਨਾਂ ਬੱਚਿਆਂ ਨੂੰ ਮੈਂ ਇਹੀ ਕਹੂੰਗਾ ਕਿ ਆਓ ਸਾਡੇ ਕੋਲ। ਦੀਵਾਲੀ ਤੇ ਮੈਂ ਆਫਰ ਤੁਹਾਨੂੰ ਦਿੱਤੀ ਹੋਈ ਹੈ ਜੀ, ਜਿਹੜੀ 1 ਸਾਲ ਦੀ ਮੇਰੇ ਕੋਲ ਫੀਸ ਹੈਗੀ 80,000 ਆ, ਉਹ ਮੈਂ 50% ਡਿਸਕਾਊਂਟ ਤੇ ਦੇ ਰਿਹਾ 40,000। ਬਿਲਕੁਲ ਤੁਸੀਂ ਸਹੀ ਸੁਣ ਰਹੇ ਹੋ, 40,000 ਮੈਂ ਡਿਸਕਾਊਂਟ ਦੇ ਰਿਹਾ ਪਰ ਮੰਥ ਦੇ ਹਿਸਾਬ ਨਾਲ। ਤੱਗੜ ਸਾਹਿਬ ਆਪਾਂ ਅਗਰ ਇਹਨੂੰ ਇਨਕਲੂਡ ਮਲਟੀਪਲਾਈ ਵੀ ਕਰੀਏ 3,333 ਰੁਪਏ ਦੇ ਵਿੱਚ ਪਰ ਮੰਥ ਦੀ ਮੈਂ ਆਫਰ ਦੇ ਰਿਹਾ ਆ 1 ਸਾਲ ਦੇ ਲਈ। ਪਲੱਸ ਮੈਂ ਨਾਲ ਦੀ ਨਾਲ ਸਪੋਕਨ ਦੀਆਂ ਕਲਾਸਾਂ ਉਹਦੇ ਵਿੱਚ ਮੈਂ ਫ੍ਰੀ ਦੇ ਰਿਹਾ। ਸੋ ਵੱਧ ਤੋਂ ਵੱਧ ਇਸ ਮੌਕੇ ਦਾ, ਇਸ ਦੀਵਾਲੀ ਤਿਉਹਾਰ ਦਾ ਵੱਧ ਤੋਂ ਵੱਧ ਤੁਸੀਂ ਲਾਭ ਉਠਾ ਸਕਦੇ ਹੋ ਤੇ ਅੱਜ ਹੀ ਜੁਆਇਨ ਕਰੋ ਵਾਈਟ ਸਟੋਨ ਇੰਸਟੀਚਿਊਟ ਫਗਵਾੜਾ। ਥੈਂਕ ਯੂ। ਸੋ ਬਾਕੀ ਅੱਜ ਅਸੀਂ ਪਹੁੰਚੇ ਸੀਗੇ ਵਾਈਟ ਸਟੋਨ, ਜਿੱਥੇ ਅਸੀਂ ਇੱਥੋਂ ਦੇ ਮੈਨੇਜਿੰਗ ਡਾਇਰੈਕਟਰ ਹਰਦੀਪ ਸੀਰਾ ਜੀ, ਉਹਨਾਂ ਨਾਲ ਵੀ ਨਾਲ ਦੀ ਨਾਲ ਜਿਹੜੇ ਇਹਨਾਂ ਦੇ ਸਟੂਡੈਂਟ ਹੈਗੇ ਉਹਨਾਂ ਨਾਲ ਵੀ ਗੱਲਬਾਤ ਕੀਤੀ। ਕਾਫੀ ਖੁਸ਼ ਹੈਗੇ ਆ। ਹਰ ਕੋਈ ਬੱਚੇ ਦਾ ਇਹੀ ਮਨਾਂ ਵਿੱਚ ਹੈਗਾ ਵੀ ਉਹ ਇੱਥੇ ਪੜ੍ਹਾਈ ਕਰ ਰਹੇ ਆ, ਕੁਕਿੰਗ ਸਿੱਖ ਰਹੇ ਆ ਤੇ ਜਦੋਂ ਬਾਹਰਲੇ ਮੁਲਕਾਂ ਵਿੱਚ ਜਾਣਗੇ ਤਾਂ ਫਿਊਚਰ ਉਹਨਾਂ ਦਾ ਵਧੀਆ ਈਜ਼ੀ ਜੌਬ ਕਰ ਸਕਦੇ ਤੇ ਵਧੀਆ ਪੈਸੇ ਕਮਾ ਸਕਦੇ। ਨਾਲ ਦੀ ਨਾਲ ਜਿਹੜੇ ਬਾਹਰ ਨਹੀਂ ਜਾਣਾ ਚਾਹੁੰਦੇ, ਜਿਹੜੇ ਆਲਰੇਡੀ ਇੱਥੇ ਹੈਗੇ ਆ, ਚਾਹੇ ਮੁੰਡੇ ਕੁੜੀਆਂ ਚਾਹੇ ਹਾਊਸ ਵਾਈਫ ਆ, ਤੁਸੀਂ ਵੀ ਇੱਥੇ ਕੁਕਿੰਗ ਦਾ ਕੋਰਸ ਸਿੱਖਦੇ ਆ। ਇੱਕ ਤਾਂ ਤੁਸੀਂ ਆਪਣੀ ਪਰਸਨੈਲਿਟੀ ਡਿਵੈਲਪਮੈਂਟ ਕਰਦੇ ਆ, ਤੁਸੀਂ ਆਪਣੇ ਘਰ ਵਿੱਚ ਵਧੀਆ ਖਾਣਾ ਬਣਾ ਸਕਦੇ। ਨਾਲ ਦੀ ਨਾਲ ਜੇ ਕਿਸੇ ਨੇ ਹੋਟਲ, ਰੈਸਟੋਰੈਂਟ, ਢਾਬਾ ਕੁਝ ਵੀ ਇਦਾਂ ਦਾ ਖੋਲ੍ਹਣਾ ਤੇ ਤੁਹਾਨੂੰ ਇਹ ਸਪੋਰਟ ਮਿਲਦੀ ਹੈ, ਤੁਸੀਂ ਜੌਬ ਨੂੰ ਛੱਡ ਕੇ ਆਪਣਾ ਬਿਜ਼ਨਸ ਸ਼ੁਰੂ ਕਰ ਸਕਦੇ ਆ। ਸਿਰਫ ਫੀਸ ਘੱਟੋ ਘੱਟ ਇੱਥੇ ਹੈਗੀ ਆ, ਜਿਹੜਾ ਕਿ ਤੁਸੀਂ ਸੁਣਿਆ 3,333 ਰੁਪਏ ਪ੍ਰਤੀ ਮਹੀਨਾ। ਜੇ ਤੁਸੀਂ ਸਾਲ ਦਾ ਕੋਰਸ ਹੋਰ ਕਿਤੇ ਕਰਦੇ ਆ 2-2, 3-3 ਲੱਖ ਰੁਪਈਆ, ਇੱਥੇ ਸਿਰਫ 80,000 ਫੀਸ ਆ, 50% ਡਿਸਕਾਊਂਟ ਹੈਗਾ। ਤੁਸੀਂ 40,000 ਰੁਪਏ ਦੇ ਵਿੱਚ 1 ਸਾਲ ਦਾ ਕੋਰਸ ਕਰਕੇ ਆਪਣਾ ਫਿਊਚਰ ਵਧੀਆ ਬਣਾ ਸਕਦੇ ਆ। ਕੋਈ ਹੋਰ ਜਾਣਕਾਰੀ ਲੈਣੀ ਆ ਤਾਂ ਸਕਰੀਨ ਤੇ ਨੰਬਰ ਆ ਰਿਹਾ, ਤੁਸੀਂ ਇਹਨਾਂ ਨੰਬਰਾਂ ਤੇ ਫੋਨ ਤੇ ਗੱਲ ਕਰ ਸਕਦੇ ਆ। ਕੈਮਰਾਮੈਨ ਸੁਖਨੰਦਨ ਸਿੰਘ ਦੇ ਨਾਲ ਹਰਦੀਪ ਸਿੰਘ ਤੱਗੜ, ਸਾਂਝ ਟੀਵੀ ਫਗਵਾੜਾ।